थिंक टैंक ने साढ़े जिमें भुपिंदर सिंह जी हो गए, होर भी इत्थे निर्मल सिंह सांगा ते गुरु घर नाल सेवादार रिलेटेड ने। बलजीत सिंह जी एक्टिव मैंबर ਜਿਹੜੇ ਅਸੀਂ ਜਾਣੀ ਸੋਚ ਰਹੇ ਹਾਂ ਜਿਹੜੀ ਬੋਡੀ ਬਣਾਉਣ ਵਿੱਚ। ਬਾਕੀ ਸੁਖਵੰਤ ਸਿੰਘ, ਹਰਿੰਦਰ ਸਿੰਘ ਇੱਕ ਤੇ ਉਸ ਨੈਲਨ ਤੇ ਹੋਰ ਵੀ ਸਿੰਘ ਨੇ, ਇੱਕ ਭਾਈ ਰਜਿੰਦਰ ਸਿੰਘ ਆ, ਇੱਕ ਡੱਚ ਸਿੱਖ ਆ ਜੀ, ਉਹ ਵੀ ਬਹੁਤ ਯੋਗਦਾਨ ਦੇ ਰਿਹਾ ਇਸ ਟਾਈਮ ਬੈਲਜੀਅਮ ਚ ਸੇਵਾ ਕਰ ਰਿਹਾ। ਤੁਸੀਂ ਹਜੇ ਚੇਤਾ ਵੀ ਭੁੱਲ ਸਕਦਾ। ਹਾਂਜੀ, ਕਈ ਭੁੱਲ ਵੀ ਗਏ ਹੋਵਾਂਗੇ, ਇਸ ਲਈ ਬਹੁਤ ਸਾਰਿਆਂ ਦਾ ਸਹਿਯੋਗ ਮਿਲ ਰਿਹਾ। ਤੇ ਅੱਗੇ ਨੂੰ ਵੀ ਆਸ ਆ ਵੀ ਸਾਰੇ ਇਹ ਜਿਹੜੀ ਬੋਡੀ ਡੱਚ ਸਿੱਖ ਕਾਉਂਸਲ ਜਾਂ ਹੋਰ ਸਿੱਖ ਕਾਉਂਸਲ ਨੈਦਰਲੈਂਡਸ ਰੱਖਿਆ ਜਾਵੇਗਾ ਇਹਦਾ ਨਾਂ ਵੀ, ਇਹਦਾ ਆਪ ਜੀ ਅੱਗੇ ਨੂੰ ਵੀ, ਕਿਉਂਕਿ ਮੇਨ ਪਲੇਟਫਾਰਮ ਹੋਏਗਾ ਮਿਨਿਸਟਰੀ ਲੈਵਲ ਤੱਕ ਅਪਰੋਚ ਲਈ, ਜਾਂ ਜਿਹੜੀ ਸਾਡੇ ਇਸ਼ੂਸ ਨੇ ਇੱਥੇ ਲੋਕਲ ਸਕੂਲਿੰਗ ਵਿੱਚ ਵੀ ਬੱਚਿਆਂ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਬੁਲਿੰਗ ਦੀ ਜਾਂ ਡਿਸਕ੍ਰਿਮੀਨੇਸ਼ਨ ਹੁੰਦੀ ਆ, ਕੰਮ 'ਤੇ ਵੀ ਸਿਰੀਸਾ ਪਾ ਕੇ ਨਹੀਂ ਜਾ ਸਕਦੇ, ਜਾਂ ਪੱਗ ਦੀ ਪ੍ਰੋਬਲਮ ਆਉਂਦੀ ਹੈ, ਜਾਂ ਬੱਚਿਆਂ ਨੂੰ ਸਕੂਲਾਂ ਵਿੱਚ ਸਿਰੀਸਾ ਪਾ ਕੇ ਨਹੀਂ ਉਹ ਜਾ ਸਕਦੇ, ਉਸ ਜਿਹੜੇ ਉਹ ਇਸ਼ੂਸ ਨੇ ਉਹਨਾਂ ਨੂੰ ਅਸੀਂ ਟੈਕਲ ਕਰ ਸਕੀਏ ਰਲ ਕੇ। ਕਈ ਵਾਰ ਇੱਥੇ ਪਿੱਛੇ ਜੇ ਐਵੇਂ ਹੋ ਸਕਿਆ ਵੀ ਇੱਕ ਮਾਤਾ ਜੀ ਨੂੰ ਉੱਪਰ ਦੀ ਸਿਰੀਸਾ ਪਾ ਕੇ ਆਪਣੇ ਬੱਚੇ ਸਕੂਲ ਲੈ ਕੇ ਜਾ ਰਹੇ ਸੀ, ਵੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਕਿਸੇ ਹੋਰ ਪੈਰੈਂਟਸ ਨੇ ਫੋਨ ਕੀਤਾ ਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਾਂ ਏਅਰਪੋਰਟ 'ਤੇ ਪ੍ਰੋਬਲਮ ਆਈਆਂ ਨੇ, ਤੇ ਉਹਨਾਂ ਨੂੰ ਵੀ ਕੋਸ਼ਿਸ਼ ਕਰੀਦੀ ਆ ਵੀ ਇਕੱਠੇ ਰਲ ਕੇ ਵੀ ਸਾਰਿਆਂ ਨੂੰ ਟੈਕਲ ਕੀਤਾ ਜਾਵੇ, ਅਵੇਅਰਨੈਸ ਲਿਆਂਦੀ ਜਾਵੇ ਵੀ ਗਾਹਾਂ ਇਹ ਪ੍ਰੋਬਲਮ ਨਾ ਵਧਣ। ਜਿਵੇਂ ਫਰਾਂਸ 'ਚ ਪ੍ਰੋਬਲਮ ਆਈਆਂ ਨੇ, ਜਾਂ ਬੈਲਜੀਅਮ 'ਚ ਸਕੂਲਾਂ ਵਿੱਚ ਪ੍ਰੋਬਲਮ, ਜਾਂ ਇਟਲੀ 'ਚ ਏਅਰਪੋਰਟਾਂ ਦੀ ਪ੍ਰੋਬਲਮ ਆ ਰਹੀਆਂ ਨੇ, ਵੀ ਉਹ ਚੀਜ਼ਾਂ ਨੂੰ, ਉਹ ਪ੍ਰੋਬਲਮਾਂ ਇਸ਼ੂਸ ਨੂੰ ਆਪਾਂ ਰਲ ਕੇ ਟੈਕਲ ਕਰ ਸਕੀਏ। ਇਸ ਲਈ ਸਾਰਿਆਂ ਦੇ ਬਹੁਤ ਜ਼ਰੂਰੀ ਹੈ ਵੀ ਸਾਰੇ ਯੋਗਦਾਨ ਪਾਉਣ ਤੇ ਇਹ ਸੇਵਾ ਮਹਾਰਾਜ ਬਖਸ਼ਦੇ ਰਹਿਣ। ਸੋ ਧੰਨਵਾਦ ਗੁਰਸੇਵ ਜੀ। ਸੋ ਮੈਂ ਜਾਣਦਾ ਹਾਂ ਹੁਣ ਸਾਡੇ ਭਾਈ ਰਾਮ ਸਿੰਘ ਜੀ, ਸੋ ਉਹ ਕੀ ਕਹਿਣਾ ਚਾਹੁੰਦੇ ਹਨ, ਕਿਉਂਕਿ ਜਿਹੜੀਆਂ ਸੇਵਾਵਾਂ ਚੱਲਦੀਆਂ ਹਨ ਉਹਨਾਂ ਬਾਰੇ, ਜਾਂ ਕੋਈ ਡਿਫਰੈਂਟ ਇਸ਼ੂ ਦੇ ਉਹ ਕੀ ਕਹਿਣਾ ਚਾਹੁੰਦੇ ਹਨ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ, ਸਾਰੇ ਜਿੰਨੇ ਵੀ ਯੂਰਪ ਦੇ ਸਿੱਖ ਨੇ, ਜਿੰਨੇ ਵੀ ਇੱਥੇ ਆਪਣੀ ਕਮਿਊਨਿਟੀ ਵਸ ਰਹੀ ਆ, ਕਿ ਸਾਡੇ ਹੋ ਸਕਦਾ ਕਿਤੇ ਕਿਤੇ ਜਾਤੀ ਮਤਭੇਦ ਹੋ ਸਕਦੇ ਨੇ, ਮਗਰ ਜਿਹੜੇ ਸਾਡੇ ਕੌਮੀ ਮਸਲੇ ਨੇ ਉਹਨਾਂ ਬਾਰੇ ਸਾਡੀ ਇੱਕ ਆਵਾਜ਼ ਹੋਣੀ ਚਾਹੀਦੀ ਹੈ, ਇੱਕ ਰਾਏ ਹੋਣੀ ਚਾਹੀਦੀ ਹੈ। ਇੱਕ ਪਲੇਟਫਾਰਮ 'ਤੇ ਸਾਨੂੰ ਇਕੱਤਰ ਹੋ ਕੇ ਤੇ ਇਹਨਾਂ ਜਿਹੜੇ ਮਤਲਬ ਕੌਮੀ ਮਸਲੇ ਹਨ ਉਹਨਾਂ ਨੂੰ ਨਜਿੱਠਣਾ ਚਾਹੀਦਾ ਹੈ, ਤੇ ਆਪਣੇ ਜਾਤੀ ਮਤਭੇਦ ਜਿਹੜੇ ਹੈ ਉਹਨਾਂ ਨੂੰ ਪਾਸੇ ਰੱਖ ਕੇ ਸਾਨੂੰ ਕੌਮ ਦੀ ਜਿਹੜੀ ਤਰੱਕੀ ਵਾਸਤੇ ਇਹ ਵੱਧ ਤੋਂ ਵੱਧ ਸੋਚਣਾ ਚਾਹੀਦਾ ਹੈ। ਫਿਰ ਹੀ ਅਸੀਂ ਮਤਲਬ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਹੈ ਉਹ ਸਿਰ ਉੱਚਾ ਕਰਕੇ ਜੀ ਸਕਦੇ ਹਾਂ। ਬਾਕੀ ਮੈਂ ਜੋ ਇੱਥੇ ਜੋ ਵਾਚ ਕੀਤਾ ਹੈ ਜਾਂ ਸਟੱਡੀ ਕੀਤਾ ਹੈ ਹਾਲੈਂਡ ਦੇ ਵਿੱਚ, ਇੱਥੇ ਦੇ ਜਿਹੜੇ ਗੋਰੇ ਲੋਕ ਨੇ, ਡੱਚ ਲੋਕ ਨੇ, ਬਹੁਤ ਹੀ ਮਤਲਬ ਸੁਲਝੇ ਹੋਏ ਔਰ ਅੱਛੇ ਮੈਨਰ ਵਾਲੇ ਨੇ। ਤੁਹਾਨੂੰ ਕੋਈ ਵੀ ਮਿਲੇਗਾ ਜਾਣਦਾ ਹੈ ਨਹੀਂ ਜਾਣਦਾ ਹੈ, ਤੁਹਾਨੂੰ ਕੋਈ ਮੁਰਖਨ ਜਾਂ ਕੋਈ ਮਜ਼ਾਕ ਕੋਈ ਦਾਖ ਜ਼ਰੂਰ ਕਹੇਗਾ। ਔਰ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਸਾਡੇ ਬਾਰੇ, ਦਸਤਾਰ ਬਾਰੇ, ਕਿ ਇਹ ਸਿੱਖ ਨੇ, ਸਿੱਖ ਲੋਕ ਨੇ, ਜਾਂ ਇੰਡੀਆ ਤੋਂ, ਜਾਂ ਕਈ ਵਾਰੀ ਉਹ ਕਦੇ ਗੋਲਡਨ ਟੈਂਪਲ ਜਾਂ ਹਰਿਮੰਦਰ ਸਾਹਿਬ ਜਾ ਆਉਂਦੇ ਨੇ, ਤੇ ਉਹ ਤਾਂ ਇੰਨਾ ਕੁ ਜ਼ਿਆਦਾ ਸਤਿਕਾਰ ਕਰਦੇ ਨੇ ਕਿ ਉਹ ਤੁਸੀਂ ਆਪਾਂ ਬਿਆਨ ਨਹੀਂ ਕਰ ਸਕਦੇ ਵੀ ਉਹਨਾਂ ਨੂੰ ਇੰਨਾ ਚਾਅ ਚੜ੍ਹ ਜਾਂਦਾ ਕਿ ਇਹ ਸਿੱਖ ਲੋਕ ਨੇ। ਸੋ ਇਹਨਾਂ ਗੱਲਾਂ ਕਰਕੇ ਮਤਲਬ ਸਾਡੀ ਜਿਹੜੀ ਆ ਇਜ਼ਤਮਾਨ ਜਿਹੜਾ ਹੈ ਉਹ ਹੋਰ ਵੱਧਦਾ ਹੈ। ਬਾਕੀ ਸਾਡੀ ਕਮਿਊਨਿਟੀ ਬਾਰੇ ਇੱਕ ਹੋਰ ਬੜਾ ਮਤਲਬ ਜਿਹੜਾ ਐਡਵਾਂਟੇਜ ਉਹ ਹੈ ਕਿ ਇੱਕ ਕੌਮ ਜਿਹੜੀ ਹੈ ਕੋਈ ਕ੍ਰਿਮੀਨਲ ਕੌਮ ਨਹੀਂ ਹੈ, ਕੋਈ ਜਰਾਇਮ ਪੇਸ਼ਾ ਲੋਕ ਨਹੀਂ ਹਨ, ਇਹ ਮਿਹਨਤੀ ਲੋਕ ਨੇ, ਕਿਰਤ ਕਰਕੇ ਆਪਣੀ ਖਾਂਦੇ ਨੇ, ਆਪਣੀ ਹਾਰਡ ਵਰਕਿੰਗ ਕਰਦੇ ਨੇ। ਸੋ ਇੱਥੋਂ ਦੀ ਸਰਕਾਰ ਇਹ ਗੱਲ ਸਪਸ਼ਟ ਕਰ ਚੁੱਕੀ। ਸੋ ਇਹਨਾਂ ਨੂੰ ਵੀ ਮਤਲਬ ਇਹ ਲੋਕ ਸਮਝਦੇ ਨੇ ਕਿ ਇਹ ਲੋਕ ਜਿਹੜੇ ਨੇ ਕ੍ਰਿਮੀਨਲ ਨਹੀਂ ਆ। ਮੈਨੂੰ ਵੀ ਕਈ ਵਾਰੀ ਉਹ ਗੱਲਾਂ ਬਾਤਾਂ ਕਰਦੇ ਨੇ ਜਿਹੜੇ ਇਮਾਮ ਨੇ ਜਾਂ ਪਾਦਰੀ ਨੇ, ਜਿਹੜੇ ਵੱਖ-ਵੱਖ ਥਾਂ 'ਤੇ ਕੰਮ ਕਰਦੇ ਨੇ, ਉਹ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਬੰਦੇ ਆ ਉਹ ਮਤਲਬ ਉੱਥੇ ਨਹੀਂ ਹੈ, ਜੇ ਕ੍ਰਿਮੀਨਲ ਜਗ੍ਹਾ ਦੇ ਉੱਤੇ ਕੋਈ ਰੇਅਰ ਕੋਈ ਕੇਸ ਹੋਵੇਗਾ, ਨਹੀਂ ਤਾਂ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਸਾਰੇ ਫਿਰ ਮੈਂ ਉਹਨਾਂ ਨੂੰ ਇਹੀ ਗੱਲ ਦੱਸਦਾ ਕਿ ਅਸੀਂ ਮਿਹਨਤ ਕਰਨਾ ਜਾਣਦੇ ਹਾਂ, ਅਸੀਂ ਮਤਲਬ ਕਿਰਤ ਕਰਨੀ, ਵੰਡ ਛਕਣਾ, ਹਾਰਦ ਵੇਰਕ ਐਂਡ ਮੈਂ ਦਿੱਤਾ ਸੀ ਅੰਦਨਾ, ਅਸੀਂ ਜਿਹੜੀ ਹੈ ਸਾਡੇ ਜਿਹੜੇ ਆ ਪ੍ਰਿੰਸੀਪਲ ਨੇ ਜਿਹੜੇ ਮੇਨ ਸਾਡੇ ਧਰਮ ਦੇ, ਅਸੀਂ ਉਸੇ ਅਨੁਸਾਰ ਹੀ ਆਪਣਾ ਜੀਵਨ ਬਸਰ ਕਰਦੇ ਹਾਂ। ਕਿਸੇ ਤਰ੍ਹਾਂ ਦਾ ਕੋਈ ਚੋਰੀ ਚੌਕੀ ਕਰਨੀ ਜਾਂ ਕੋਈ ਖੋਆ ਮੋਈ ਕਰਨੀ ਜਾਂ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਨਾ ਜਿਹੜਾ ਹੈ ਉਹ ਸਾਡੇ ਜੀਵਨ ਦਾ, ਸਾਡੇ ਧਰਮ ਦਾ ਅੰਗ ਨਹੀਂ ਹੈ। ਤੋ ਇਸ ਗੱਲ ਤੋਂ ਵੀ ਇਹ ਲੋਕ ਕਾਫੀ ਪ੍ਰਭਾਵਿਤ ਨੇ।
ਔਰ ਮੈਂ ਸਮਝਦਾ ਹਾਂ ਕਿ ਇੱਥੇ ਜਿੰਨਾ ਸਤਿਕਾਰ ਸਾਨੂੰ ਮਿਲ ਸਕਦਾ ਹੈ ਜਾਂ ਮਿਲਦਾ ਹੈ, ਇਹ ਮਤਲਬ ਹੋਰ ਵੀ ਜਿਹੜਾ ਹੈ ਇਹਨੂੰ ਇੰਪਰੂਵ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਇਹਨਾਂ ਲੋਕਾਂ ਨੂੰ ਸਹੀ ਆਪਣਾ ਮੈਸੇਜ ਦੇ ਸਕੀਏ ਕਿ ਅਸੀਂ ਮਤਲਬ ਕਿਸ ਕੌਮ ਨਾਲ ਸੰਬੰਧ ਰੱਖਦੇ ਹਾਂ, ਜਾਂ ਸਾਡਾ ਮਤਲਬ ਪਿਛੋਕੜ ਕੀ ਹੈ, ਜਾਂ ਸਾਡਾ ਰਿਲੀਜਨ ਕੀ ਹੈ। ਕਿਉਂਕਿ ਜਿਹੜੇ ਲੋਕ ਅਣਜਾਣ ਨੇ, ਜਿਨ੍ਹਾਂ ਨੂੰ ਨਹੀਂ ਪਤਾ, ਉਹ ਕਈ ਵਾਰੀ ਸਾਨੂੰ ਮਤਲਬ ਉਸਾਮਾ ਬਿਨ ਲਦੇਨ ਵੀ ਸਮਝ ਲੈਂਦੇ ਆ ਕਿ ਉਹ ਸ਼ਾਇਦ ਵੀ ਉਸੇ ਤਰ੍ਹਾਂ ਦਾ ਸਰੂਪ ਰੱਖਿਆ ਹੋਇਆ ਹੈ, ਉਸੇ ਤਰ੍ਹਾਂ ਦਾੜੀ ਰੱਖੀ ਹੈ। ਪਰ ਜਿਹੜੇ ਜਾਣ ਜਾਂਦੇ ਨੇ ਉਹ ਹਮੇਸ਼ਾ ਜਿਹੜੇ ਆ ਸਾਨੂੰ ਰਿਸਪੈਕਟ ਦੀ ਨਜ਼ਰ ਨਾਲ, ਸਤਿਕਾਰ ਦੀ ਨਜ਼ਰ ਨਾਲ ਸਾਨੂੰ ਵੇਖਦੇ ਨੇ। ਤੇ ਬਾਕੀ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜੇ ਅਸੀਂ ਨਗਰ ਕੀਰਤਨ ਯੂਰਪ ਦੇ ਵਿੱਚ ਕੱਢਦੇ ਹਾਂ, ਸਾਰੇ ਹੀ ਪ੍ਰਬੰਧਕ ਕਮੇਟੀਆਂ ਨੂੰ ਮੈਂ ਬੇਨਤੀ ਕਰਾਂਗਾ ਆਪਣੇ ਵੱਲੋਂ ਕਿ ਨਗਰ ਕੀਰਤਨ ਤੋਂ ਪਹਿਲਾਂ ਹੋ ਸਕੇ ਤਾਂ ਘੱਟੋ ਘੱਟ 1 ਮਹੀਨਾ ਜਿਹੜਾ ਹੈ ਉਹਦਾ ਮਤਲਬ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਹੈ। ਉਹ ਟੀਵੀ ਦੇ ਉੱਤੇ ਐਡ ਆਵੇ, ਫਿਰ ਇੱਥੇ ਜਿਹੜਾ ਮਤਲਬ ਬੱਸ ਸਟੈਂਡਾਂ ਦੇ ਉੱਤੇ ਜਾਂ ਰੇਲਵੇ ਸਟੇਸ਼ਨਾਂ ਦੇ ਉੱਤੇ ਉਹਦੀ ਐਡ ਲੱਗੀ ਹੋਵੇ, ਤਾਂ ਕਿ ਇਹ ਲੋਕਾਂ ਨੂੰ ਪਹਿਲਾਂ ਹੀ ਅਗਾਊਂ ਹੀ ਪਤਾ ਹੋਵੇ ਕਿ ਇਹ ਇੰਨੀ ਤਰੀਕ ਨੂੰ ਜਿਹੜਾ ਪ੍ਰਸ਼ਾਸਨ ਨਿਕਲਣਾ ਹੈ, ਇਹਦਾ ਪਰਪਸ ਕੀ ਹੈ, ਇਹਦਾ ਮਕਸਦ ਹੈ। ਬਹੁਤੀ ਵਾਰ ਇਹ ਲੋਕ ਸਮਝਦੇ ਆ ਕਿ ਉਹ ਕੋਈ ਪ੍ਰੋਟੈਸਟ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ। ਦਨਹਾਗ ਇੱਕ ਵਾਰੀ ਉਹ ਜਿਹੜਾ ਆਪਣੇ ਕਰਬਲਾ ਦੇ ਵਿੱਚ ਕੋਈ ਹੋਇਆ ਸੀ, ਹਸਨ ਹੁਸੈਨ ਦੀ ਸ਼ਹੀਦੀ ਹੋਈ ਸੀ, ਉਹਦੇ ਬਾਰੇ ਦਨਹਾਗ ਸ਼ਹਿਰ ਦੇ ਵਿੱਚ ਨਾ ਉਹ ਮੁਸਲਮਾਨ ਇਕੱਠੇ ਹੋ ਕੇ ਤੇ ਕਾਲੇ ਕੱਪੜੇ ਪਾਏ ਹੋਏ ਤੋਂ ਇਸ ਤਰ੍ਹਾਂ ਕਰ ਰਹੇ ਸੀ, ਜਲੂਸ ਕੱਢ ਰਹੇ ਸੀ, ਤੇ ਮੈਂ ਸਮਝ ਰਿਹਾ ਸੀਗਾ ਕਿ ਇਹ ਕੋਈ ਪ੍ਰੋਟੈਸਟ ਕਰ ਰਹੇ ਆ। ਮੈਂ ਵੀ ਇਹੀ ਸਮਝਿਆ ਕਿਉਂਕਿ ਸਾਨੂੰ ਸਮਝ ਨਹੀਂ ਸੀ ਉਹਨਾਂ ਦੀ ਬੋਲੀ ਦੀ। ਤਾਂ ਫਿਰ ਇੱਕ ਪਾਕਿਸਤਾਨੀ ਮੁਸਲਮਾਨ ਭਰਾ ਨੇ ਦੱਸਿਆ ਕਿ ਇਸ ਕਰਕੇ ਕਰਬਲਾ ਦੇ ਵਿੱਚ ਹਸਨ ਹੁਸੈਨ ਦੀ ਜਿਹੜੀ ਕੁਰਬਾਨੀ ਹੋਈ, ਉਹਦਾ ਕਰਕੇ ਇਹ ਅਸੀਂ ਜਿਹੜਾ ਆ ਪ੍ਰੋਟੈਸਟ ਆਪਣਾ ਜਿਹੜਾ ਆ ਪ੍ਰਸ਼ਾਸਨ ਕਰ ਰਹੇ ਹਾਂ। ਤੇ ਜੇ ਸਾਨੂੰ ਨਹੀਂ ਪਤਾ ਕਿ ਉਹ ਪ੍ਰਸ਼ਾਸਨ ਕਿਉਂ ਕਰ ਰਹੇ ਆ, ਤੇ ਇਹਨਾਂ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਕਿਉਂ ਇਹ ਪ੍ਰਸ਼ਾਸਨ ਜਿਹੜਾ ਹੈ ਕਿਉਂ ਨਗਰ ਕੀਰਤਨ ਲੈ ਜਾ ਰਹੇ ਹਾਂ। ਸੋ ਕਮੇਟੀਆਂ ਨੂੰ, ਪ੍ਰਬੰਧਕ ਕਮੇਟੀਆਂ ਨੂੰ, ਵੀਰਾਂ ਨੂੰ ਇਹੀ ਬੇਨਤੀ ਹੈ ਕਿ ਇਹ ਕਾਰਜ ਜਿਹੜਾ ਹੈ ਪਹਿਲਾਂ 10-15 1 ਮਹੀਨਾ ਨਹੀਂ ਤਾਂ 15 ਦਿਨ ਘੱਟੋ ਘੱਟ ਪਹਿਲਾਂ ਐਡਵਰਟਾਈਜ਼ਮੈਂਟ ਦੀ ਰਕਲਾਮਾ ਜਿਹੜਾ ਹੈ ਉਹ ਟੀਵੀ ਦੇ ਉੱਤੇ ਆਏ, ਉਹ ਬੱਸ ਸਟੈਂਡਾਂ ਉੱਤੇ ਲੱਗਾ ਹੋਵੇ, ਉਹ ਸਟੇਸ਼ਨਾਂ ਉੱਤੇ ਲੱਗਾ ਹੋਵੇ ਕਿ ਇਹ ਜਿਹੜਾ ਪ੍ਰਸ਼ਾਸਨ ਹੈ ਉਹ ਆਣਾ ਇੱਥੇ ਸ਼ਹਿਰ ਦੇ ਵਿੱਚ ਨਿਕਲਣਾ ਹੈ, ਤਾਂ ਕਿ ਇਹ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਰਹੇ। ਤੇ ਦੂਸਰੀ ਬੇਨਤੀ ਹੈ ਕਿ ਸਾਨੂੰ ਕਿਸੇ ਤਰ੍ਹਾਂ ਦਾ ਇਨਡਿਸਪਲਿਨ ਨਹੀਂ ਕਰਨਾ ਚਾਹੀਦਾ ਇਹਨਾਂ ਨਗਰ ਕੀਰਤਨਾਂ ਵਿੱਚ। ਡਿਸਪਲਿਨਡ ਹੋ ਕੇ ਤੇ ਫਿਰ ਹੀ ਆਪਣਾ ਸਹੀ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਕਈ ਵਾਰੀ ਅਸੀਂ ਇਹ 'ਚ ਇਨਡਿਸਪਲਿਨ ਹੋ ਜਾਂਦੇ ਹਾਂ ਤੇ ਉਹ ਜਿਹੜਾ ਸਾਡਾ ਚੰਗਾ ਮੈਸੇਜ ਜਾਣ ਦੀ ਬਜਾਏ ਬੁਰਾ ਮੈਸੇਜ ਜਿਹੜਾ ਹੈ ਉਹ ਲੋਕਾਂ ਤੱਕ ਜਾਂਦਾ ਹੈ। ਸੋ ਇਹ ਇੰਨੀਆਂ ਕੁ ਬੇਨਤੀਆਂ ਨੇ ਕਿ ਇਸ ਨੂੰ, ਇਹਨਾਂ ਗੱਲਾਂ ਨੂੰ ਧਿਆਨ ਰੱਖਣਾ ਚਾਹੀਦਾ। ਔਰ ਸਾਨੂੰ ਜਿਹੜੀ ਸਭ ਤੋਂ ਜ਼ਰੂਰੀ ਹੈ ਉਹ ਇਸ ਲਈ ਏਕਤਾ ਹੈ। ਸਾਰੇ ਹੀ ਅਸੀਂ ਗੁਰਸਿੱਖ ਵੀਰ ਹਾਂ, ਇੱਕ ਫੈਮਿਲੀ ਹਾਂ, ਇੱਕ ਪਰਿਵਾਰ ਹਾਂ। ਸੋ ਗੁੱਸੇ ਗਿਲੇ ਜ਼ਰੂਰ ਹੋ ਜਾਂਦੇ ਇੱਕ ਦੂਜੇ ਨਾਲ, ਪਰ ਸਾਨੂੰ ਫਿਰ ਵੀ ਮਿਲ ਬੈਠ ਕੇ ਇੱਕ ਦੂਜੇ ਨਾਲ ਵਿਚਾਰਾਂ ਕਰਕੇ ਇੱਕ ਦੂਜੇ ਦੀਆਂ ਮਤਲਬ ਜਿਹੜੇ ਗਲਤੀਆਂ ਨੂੰ ਉਸਾਲਣ ਦੀ ਬਜਾਏ ਆਪਾਂ ਨੂੰ ਕਿਸੇ ਦੀਆਂ ਮਤਲਬ ਜਿਹੜੀਆਂ ਨੇ ਔਗਣਾਂ ਨੂੰ ਉਸਾਲਣ ਦੀ ਬਜਾਏ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਗੁਰਬਾਣੀ ਵਿੱਚ ਆਉਂਦੇ ਗੁਨਾਹ ਕਹੋਵੈ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਔਗਣਾਂ ਨੂੰ ਛੱਡ ਦਈਏ, ਗੁਣਾਂ ਦੀ ਸਾਂਝ ਪਾਈਏ। ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ, ਜਿੱਥੇ ਜਾਏ ਬਈਆ ਭਲਾ ਕਹੀਏ, ਜਿੱਥੇ ਵੀ ਜਾਈਏ ਭਲੀ ਗੱਲ ਕਹੀਏ, ਚੰਗੀ ਗੱਲ ਕਰੀਏ। ਝੋਲ ਅੰਮ੍ਰਿਤ ਪੀਜੈ ਗੁਨਾਹ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ। ਵੀ ਸਾਨੂੰ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਸਾਨੂੰ ਔਗਣਾਂ ਦੀਆਂ ਸਾਂਝਾਂ ਨਹੀਂ ਪਾਉਣੀਆਂ ਚਾਹੀਦੀਆਂ। ਸੋ ਇੰਨੀਆਂ ਕੁ ਵਿਚਾਰਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਾਮ ਸਿੰਘ ਜੀ ਤੋਂ ਆਪਾਂ ਕਾਫੀ ਵੀ ਵਿਚਾਰ ਵਾਲੀਆਂ ਸਾਰੀਆਂ ਗੱਲਾਂ ਸੁਣੀਆਂ ਹਨ, ਸੁਝਾਅ ਹਨ। ਯੂਰਪ ਦੀ ਧਰਤੀ 'ਤੇ ਰਹਿੰਦਿਆਂ ਤੋਂ ਜੋ ਨਗਰ ਕੀਰਤਨ ਜਾਂ ਕੋਈ ਵੀ ਆਪਾਂ ਜੋ ਸਮਾਗਮ ਕਰਦੇ ਹਾਂ, ਉਹਦੀ ਉੱਥੇ ਦੀ ਭਾਸ਼ਾ ਦੇ ਮੁਤਾਬਕ ਸਾਨੂੰ ਆਪਣੀ ਐਡ ਜ਼ਰੂਰ ਦੇਣੀ ਚਾਹੀਦੀ ਹੈ। ਕਿਤੇ ਜਿਵੇਂ ਦੱਸਦੇ ਹਨ ਪੋਸਟਰ ਬਣਾ ਕੇ, ਸੋ ਇੱਥੋਂ ਦੀ ਲੋਕਲ ਸਰਕਾਰਾਂ ਤੋਂ ਲੈ ਕੇ ਪਰਮਿਸ਼ਨ ਤੇ ਉਹ ਚਿਪਕਾਉਣੇ ਚਾਹੀਦੇ ਹਨ ਬੱਸ ਸਟੈਂਡਾਂ 'ਤੇ, ਰੇਲਵੇ ਸਟੇਸ਼ਨਾਂ 'ਤੇ। ਸੋ ਇਹ ਬੜਾ ਹੀ ਜ਼ਰੂਰੀ ਨੁਕਤਾ ਹੈ ਕਿ ਸਾਰੇ ਯੂਰਪ ਦੇ ਮੇਰਾ ਖਿਆਲ ਜਿੰਨੇ ਵੀ ਵੀਰ ਹੁਣ ਇਹ ਪ੍ਰੋਗਰਾਮ ਸੁਣ ਰਹੇ ਹਨ, ਉਹਨਾਂ ਨੂੰ ਇਸ ਤੋਂ ਜ਼ਰੂਰ ਇਹਨਾਂ ਨੇ ਅਲਰਟ ਕੀਤਾ ਹੈ। ਸੋ ਸਾਰੇ ਹੀ ਇਸ ਵੱਲ ਨੂੰ ਥੋੜ੍ਹਾ ਜਿਹਾ ਧਿਆਨ ਦੇਣਗੇ। ਸੋ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਹੈ ਵੀ ਜਦੋਂ ਪ੍ਰੋਗਰਾਮ ਜਾਂ ਕੋਈ ਵੀ ਆਪਾਂ ਕੰਮ ਕਰਦੇ ਹਾਂ, ਸੋ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਕਈ ਵਾਰੀ ਗੱਲਾਂ ਕਰਦੇ ਹਾਂ ਅਤੇ ਕਈ ਆਉਣ ਤਾਈਆਂ ਰਹਿ ਜਾਂਦੀਆਂ, ਉਹਨਾਂ ਨੂੰ ਭੁਲਾ ਕੇ ਗੁਣਾਂ ਦੀ ਸਾਂਝ ਵਿੱਚ ਆਪਾਂ ਨੂੰ ਸਾਰਿਆਂ ਨੂੰ ਗੁਣਾਂ ਦੇ ਵੱਲ ਨੂੰ ਤੁਰਨਾ ਚਾਹੀਦਾ, ਨਾ ਕਿ ਜਿਹੜੀਆਂ ਕੋਈ ਗਲਤੀਆਂ ਹਨ ਉੱਧਰ ਨੂੰ ਚੇਤਾਉਣਾ ਚਾਹੁੰਦਾ। ਆਪ ਮੈਂ ਲੈ ਕੇ ਜਾਂਦਾ ਦੁਬਾਰਾ ਫਿਰ ਭੁਪਿੰਦਰ ਸਿੰਘ ਜੀ, ਉਹ ਕੀ ਕਹਿਣਾ ਚਾਹੁੰਦੇ ਹੈ, ਕਿਉਂਕਿ ਉਹਨਾਂ ਦੇ ਵੀ ਵਿਚਾਰ ਜਿਹੜੇ ਹਨ ਸਾਡੇ ਸਰੋਤੇ ਉਡੀਕ ਰਹੇ ਹਨ, ਕਿਉਂਕਿ ਉਹਨਾਂ ਦੇ ਵੀ ਜਿਹੜੇ ਆ ਵੈਲੂਅਲ ਵਿਚਾਰ ਹਨ ਜੋ ਇਸ ਵੇਲੇ ਉਹ ਸਿੱਖ ਕੌਮ ਦੀ ਸੇਵਾ
ਆਪਣੀ ਕਲਮ ਦੇ ਨਾਲ ਔਰ ਆਪਣੇ ਲੈਕਚਰਾਂ ਰਾਹੀਂ ਦੇ ਰਹੇ ਹਨ। ਆਓ ਨੌਜਵਾਨੀ ਕੁਝ ਅਗਲੇ ਵਿਚਾਰਾਂ ਸੁਣੀਏ। ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ, ਹਾਲੈਂਡ, ਇਹ ਇੱਕ ਬਹੁਤ ਹੀ ਚੰਗਾ ਮੁਲਕ ਹੈ। ਜਿੱਥੇ ਇਹ ਇੰਨਾ ਖੂਬਸੂਰਤ ਹੈ, ਉੱਥੇ ਇੱਥੋਂ ਦੇ ਲੋਕ ਬਹੁਤ ਹੀ ਖੁੱਲ੍ਹੇ ਡੁੱਲੇ ਹਨ। ਸਾਨੂੰ ਕਿਸੇ ਤਰ੍ਹਾਂ ਦੀ ਵੀ ਅਸਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਧਰਮ ਦੀ ਵੀ ਪੂਰਨ ਆਜ਼ਾਦੀ ਹੈ। ਸਿਰਫ ਲੋੜ ਇਸ ਗੱਲ ਦੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਅਤੇ ਕਿਹੜੇ ਢੰਗ ਦੇ ਨਾਲ ਇਹਨਾਂ ਨੂੰ ਕਨਵਿੰਸ ਕਰਦੇ ਹਾਂ ਔਰ ਆਪਣੇ ਬਾਰੇ ਦੱਸਦੇ ਹਾਂ। ਸਾਨੂੰ ਯਾਦ ਹੈ ਕਿ 1985 ਦਾ ਸਾਡਾ ਇਹਨਾਂ ਸਰਕਾਰਾਂ ਦੇ ਨਾਲ ਰਾਬਤਾ ਹੈ ਐਜ ਏ ਸਿੱਖ ਧਰਮ ਦੇ ਨਾਲ। ਔਰ 1985 ਤੋਂ ਲੈ ਕੇ 3 ਜੋ ਪ੍ਰਾਈਮ ਮਿਨਿਸਟਰ ਹਨ, ਉਹਨਾਂ ਨੇ ਸਾਡੇ ਸਿੱਖ ਮਸਲਿਆਂ ਬਾਰੇ ਬੜੀ ਡਿਟੇਲ ਦੇ ਵਿੱਚ ਸਾਨੂੰ ਲਿਖਿਆ ਹੈ ਔਰ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜੋ ਵੀ ਤੁਹਾਡਾ ਧਰਮ ਤੁਹਾਨੂੰ ਕਹਿੰਦਾ ਹੈ, ਤੁਸੀਂ ਉਸ ਦੀ ਪਾਲਣਾ ਕਰੋ ਔਰ ਤੁਸੀਂ ਧਾਰਮਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਆਜ਼ਾਦ ਹੋ। ਉਹ ਸਾਰੇ ਦੇ ਸਾਰੇ ਜੋ ਡਾਕੂਮੈਂਟਸ ਹਨ, ਉਹ ਮੈਂ ਆਪਣੀ ਤੀਸਰੀ ਕਿਤਾਬ ਡੱਚ ਸਿੱਖਸ ਦੇ ਵਿੱਚ ਸ਼ਾਮਲ ਕੀਤੇ ਹੋਏ ਹਨ, ਜੋ ਕਿ ਲਗਭਗ 12 ਡਾਕੂਮੈਂਟਸ ਹਨ, ਜਿਹਦੇ ਵਿੱਚ ਸਾਡੇ ਪਿਛਲੇ 3 ਪ੍ਰਧਾਨ ਮੰਤਰੀਆਂ ਦੀਆਂ ਵੀ ਚਿੱਠੀਆਂ ਹਨ ਅਤੇ ਸੰਬੰਧਿਤ ਮਹਿਕਮਿਆਂ ਵੱਲੋਂ ਵੀ ਚਿੱਠੀਆਂ ਦਰਜ ਹਨ। ਇਸ ਤੋਂ ਇਲਾਵਾ ਸਾਨੂੰ ਇਸ ਮੁਲਕ ਦੇ ਵਿੱਚ ਸਰਕਾਰ ਵੱਲੋਂ ਔਰ ਜੁਡੀਸ਼ਰੀ ਸਿਸਟਮ ਵੱਲੋਂ ਪੂਰੀ ਇਜਾਜ਼ਤ ਹੈ ਕਿ ਅਸੀਂ ਆਪਣੇ ਧਰਮ ਦਾ ਪਾਲਣ ਇੱਥੇ ਕਰ ਸਕਦੇ ਹਾਂ। ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਫੈਸਲੇ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਜੋ ਇੱਕ ਅੰਮ੍ਰਿਤਧਾਰੀ ਸਿੰਘ ਹੈ, ਉਹਦੇ ਲਈ 5 ਕਕਾਰ ਪਹਿਨਣੇ ਜ਼ਰੂਰੀ ਹਨ ਅਤੇ ਉਹਨਾਂ 5 ਕਕਾਰਾਂ ਜਿਨ੍ਹਾਂ ਦੇ ਵਿੱਚ ਸ੍ਰੀ ਸਾਹਿਬ ਵੀ ਹੈ, ਉਸ ਦੀ ਬਣਾ ਦੇ ਉੱਤੇ ਕੋਈ ਵੀ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ, ਨਾ ਕੰਮ ਦੇ ਉੱਤੇ ਨਾ ਪਬਲਿਕ ਪਲੇਸ ਦੇ ਉੱਤੇ। ਇਹ ਰਿਕਾਰਡਡ ਹੈ ਜੁਡੀਸ਼ਰੀ ਡਿਸੀਜਨ ਦੇ ਵਿੱਚ। ਮੈਂ ਆਪ ਜੀ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਆਪ ਜੀ ਸਾਰਿਆਂ ਨੇ ਰਲ ਕੇ ਰੁਪਿੰਦਰ ਸਿੰਘ ਦਾ ਜੋ ਕੇਸ ਲੜਿਆ ਸੀ, ਉਸ ਕੇਸ ਦੇ ਵਿੱਚ ਜੋ ਫਾਈਨਲ ਫੈਸਲਾ ਹੈ ਉਹ ਉਹਦੇ 'ਚ ਲਿਖਿਆ ਗਿਆ ਹੈ ਔਰ ਉਸ ਫਰਮ ਨੂੰ ਵੀ ਜੁਰਮਾਨਾ ਕੀਤਾ ਗਿਆ ਜਿਸ ਨੇ ਉਸ ਦੇ ਨਾਲ ਦਸਤਾਰ ਕਰਕੇ ਅਤੇ ਸ੍ਰੀ ਸਾਹਿਬ ਕਰਕੇ ਵਿਤਕਰਾ ਕੀਤਾ। ਹੁਣ ਪਿੱਛੇ ਜਿਹੇ ਹੀ ਪ੍ਰਧਾਨ ਮੰਤਰੀ ਜੀ ਨੇ, ਜੋ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਹਨ, ਉਹਨਾਂ ਨੇ ਇੱਕ ਚਿੱਠੀ ਲਿਖ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਦਸਤਾਰ ਦੇ ਨਾਲ ਕਿਸੇ ਕਿਸਮ ਦੀ ਵੀ ਕੋਈ ਸਰਕਾਰ ਜਾਂ ਕਿਸੇ ਹੋਰ ਥਾਂ ਦੇ ਉੱਤੇ ਕੋਈ ਵਿਤਕਰਾ ਨਹੀਂ ਹੋਵੇਗਾ। ਉਹਨਾਂ ਨੇ ਬਕਾਇਦਾ ਇਹ ਚਿੱਠੀ ਲਿਖ ਕੇ ਉਹਦੇ 'ਚ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਦਸਤਾਰ ਪਹਿਨੋ ਔਰ ਤੁਹਾਡੇ ਨਾਲ ਦਸਤਾਰ ਕਰਕੇ ਕਿਸੇ ਕਿਸਮ ਦਾ ਏਅਰਪੋਰਟਾਂ ਦੇ ਜਾਂ ਹੋਰ ਥਾਵਾਂ ਦੇ ਉੱਤੇ ਕੋਈ ਵਿਤਕਰਾ ਨਹੀਂ ਹੋਏਗਾ। ਜਿਵੇਂ ਸਰਦਾਰ ਗੁਰਸੇਵ ਸਿੰਘ ਜੀ ਨੇ ਦੱਸਿਆ ਹੈ ਕਿ ਨਾਵਾਂ ਦੀ ਸਾਨੂੰ ਇੱਥੇ ਪ੍ਰੋਬਲਮ ਹੈ, ਉਸ ਦੇ ਬਾਰੇ ਵੀ ਜੋ ਅੱਜ ਦੇ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਹਨ ਮਿਸਟਰ ਲੀਅਰਸ, ਉਹਨਾਂ ਨੇ ਔਰ ਹੋਮ ਮਿਨਿਸਟਰ ਜੋ ਮਿਸਟਰ ਡੋਨਰ ਹਨ, ਉਹਨਾਂ ਨੇ ਵੀ ਚਿੱਠੀ ਦੇ ਰਾਹੀਂ ਸਾਨੂੰ ਇਹ ਸਪਸ਼ਟ ਕੀਤਾ ਹੈ ਕਿ ਇਹ ਨਾਵਾਂ ਦੀ ਜਿਹੜੀ ਪ੍ਰੋਬਲਮ ਹੈ ਵੀ ਇਹ ਹੱਲ ਹੋ ਜਾਏਗੀ ਔਰ ਤੁਸੀਂ ਤੁਹਾਡੇ ਜਿਹੜੇ ਬੱਚੇ ਨੇ ਉਹ ਸਿੰਘ ਤੇ ਕੌਰ ਆਪਣੇ ਨਾਵਾਂ ਦੇ ਨਾਲ ਲਿਖਵਾ ਸਕਣਗੇ। ਸੋ ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਸਰਕਾਰ ਦੇ ਨਾਲ ਰਾਬਤਾ ਹੈ ਔਰ ਸਾਨੂੰ ਸਾਰਿਆਂ ਨੂੰ ਰਲ ਕੇ ਇੱਕ ਚੰਗੇ ਆਦਰਸ਼ ਦੀ ਤਰ੍ਹਾਂ ਚੰਗੇ ਇੱਕ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਸਰਕਾਰ ਦੇ ਅੱਗੇ ਕਰਨੀ ਚਾਹੀਦੀ ਹੈ ਔਰ ਅਸੀਂ ਜੋ ਕੁਝ ਵੀ ਲੈਣਾ ਚਾਹੁੰਦੇ ਹਾਂ ਸਾਨੂੰ ਇੱਥੋਂ ਜ਼ਰੂਰ ਮਿਲੇਗਾ, ਕਿਉਂਕਿ ਇਹ ਸਰਕਾਰਾਂ ਜਾਂ ਇੱਥੋਂ ਦੇ ਲੋਕ ਬਹੁਤ ਚੰਗੇ ਹਨ। 57 ਸਾਲ ਇਹਨਾਂ ਨੇ ਇੰਡੀਆ ਦੇ ਵੀ, ਸਾਊਥ ਇੰਡੀਆ ਦੇ ਵਿੱਚ ਵੀ ਜਾ ਕੇ ਰਾਜ ਕੀਤਾ, ਜਿੱਥੇ ਅੰਗਰੇਜ਼ ਵੀ ਗਏ, ਜਿੱਥੇ ਫਰਾਂਸੀਸੀ ਵੀ ਗਏ, ਜਿੱਥੇ ਪੁਰਤਗਾਲੀ ਵੀ ਗਏ ਔਰ ਉੱਥੇ ਫਿਰ ਜਦੋਂ ਯੂਰਪੀਅਨ ਕੌਮਾਂ ਦੀ ਆਪਸ ਦੇ ਵਿੱਚ 17ਵੀਂ ਸਦੀ ਦੇ ਵਿੱਚ ਲੜਾਈਆਂ ਹੋਈਆਂ ਤਾਂ ਉਹਦੇ ਵਿੱਚ ਜਿਹੜੇ ਡੱਚ ਨੇ ਉਹ ਇੰਡੀਆ ਛੱਡ ਕੇ ਤੇ ਇੰਡੋਨੇਸ਼ੀਆ ਚਲੇ ਗਏ ਤੇ ਸਾਡਾ ਇੰਡੋਨੇਸ਼ੀਆ ਕਰਕੇ ਵੀ ਇਸ ਮੁਲਕ ਦੇ ਨਾਲ ਬਹੁਤ ਵੱਡਾ ਸੰਬੰਧ ਹੈ, ਕਿਉਂਕਿ ਜਦੋਂ ਸੈਕੰਡ ਵਰਲਡ ਵਾਰ ਹੋਈ ਹੈ ਉਹਦੇ ਵਿੱਚ ਸਿੱਖਾਂ ਅਤੇ ਗੋਰਖਿਆਂ ਨੂੰ ਜਾਪਾਨ ਦੇ ਵਿਰੁੱਧ ਇੰਡੋਨੇਸ਼ੀਆ ਦੇ ਵਿੱਚ ਭੇਜਿਆ ਗਿਆ ਔਰ ਜਿੱਥੇ ਉਹਨਾਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਸਿੱਖਾਂ ਨੇ ਇਹਨਾਂ ਨੂੰ ਸਹੀ ਸਲਾਮਤ ਇੰਡੋਨੇਸ਼ੀਆ ਦੇ ਵਿੱਚੋਂ ਕੱਢ ਕੇ ਜਹਾਜ਼ਾਂ ਦੇ ਵਿੱਚ ਬਿਠਾ ਕੇ ਤੇ ਰੋਟਰਡਮ ਭੇਜਿਆ। ਇਸ ਗੱਲ ਨੂੰ ਵੀ ਇਹਨਾਂ ਨੂੰ ਅਹਿਸਾਸ ਹੈ, ਇਹ ਦੱਸਿਆ ਗਿਆ ਹੈ
ਇਸ ਦਾ ਗਵਾਹ ਸਰਦਾਰ ਗੁਰਸੇਵ ਸਿੰਘ ਹੋਰੀ ਵੀ ਹਨ। ਜਦੋਂ ਅਸੀਂ ਪਹਿਲੀ ਵਾਰੀ ਇੱਥੇ ਡੈਮਸਗੇਰ ਦੇ ਉੱਤੇ ਗੁਲਦਸਤਾ ਸਿੰਘਾਂ ਫੌਜੀਆਂ ਦੀ ਯਾਦ ਵਿੱਚ ਰੱਖਣ ਵਾਸਤੇ ਗਏ ਤਾਂ ਉਸ ਵੇਲੇ ਇੱਕ ਲੇਡੀ ਦੌੜੀ ਦੌੜੀ ਸਾਡੇ ਮਗਰ ਆਈ ਔਰ ਉਸਨੇ ਸਾਨੂੰ ਆ ਕੇ ਇਹ ਦੱਸਿਆ ਵੀ ਤੁਸੀਂ ਸਿੱਖ ਜੇ, ਤੇ ਅਸੀਂ ਦੱਸਿਆ ਵੀ ਹਾਂ ਅਸੀਂ ਸਿੱਖ ਹਾਂ। ਤਾਂ ਉਸਨੇ ਬਹੁਤ ਮਾਣ ਮਹਿਸੂਸ ਕੀਤਾ ਔਰ ਸਾਨੂੰ ਉਹਨੇ ਦੱਸਿਆ ਕਿ ਮੈਂ 8 ਸਾਲਾਂ ਦੀ ਸੀ ਇੰਡੋਨੇਸ਼ੀਆ ਦੇ ਵਿੱਚ ਉਸ ਵੇਲੇ ਲੜਾਈ ਦੇ ਵੇਲੇ, ਜਦੋਂ ਸਾਡੇ ਸਾਰੇ ਪਰਿਵਾਰ ਨੂੰ ਸਿੱਖ ਫੌਜੀਆਂ ਨੇ ਘਰਾਂ ਦੇ ਵਿੱਚੋਂ ਕੱਢ ਕੇ ਕੈਂਪਾਂ ਦੇ ਵਿੱਚ ਲਿਆ ਕੇ ਔਰ ਉਸ ਤੋਂ ਬਾਅਦ ਸਾਨੂੰ ਸ਼ਿਪਾਂ ਦੇ ਵਿੱਚ ਬਿਠਾਇਆ। ਅੱਜ ਅਸੀਂ ਉਹਨਾਂ ਦੀ ਬਦੌਲਤ ਜਿਉਂਦੇ ਜਾਗਦੇ ਇਸ ਮੁਲਕ ਦੇ ਵਿੱਚ ਆਏ ਹਾਂ। ਇਹ ਗੱਲ ਗੁਰਸੇਵ ਸਿੰਘ ਹੋਰਾਂ ਨੇ ਔਰ ਮੇਰੇ ਨਾਲ ਜਿਹੜੇ 7-8 ਸਿੰਘ ਸਨ ਉਹਨਾਂ ਸਾਰਿਆਂ ਨੇ ਸੁਣੀ ਔਰ ਸਾਡੀਆਂ ਅੱਖਾਂ ਦੇ ਵਿੱਚੋਂ ਅਥਰੂ ਆ ਗਏ। ਸੋ ਗੱਲ ਸਿਰਫ ਇਹਨਾਂ ਮੁਲਕਾਂ ਨੂੰ ਅਹਿਸਾਸ ਕਰਾਉਂਦੀ ਹੈ ਕਿ ਸਾਡੀਆਂ ਬਹੁਤ ਕੁਰਬਾਨੀਆਂ ਹਨ, ਤੁਹਾਡੇ ਵਾਸਤੇ ਵੀ, ਮਨੁੱਖਤਾ ਵਾਸਤੇ ਵੀ, ਆਜ਼ਾਦੀ ਵਾਸਤੇ ਵੀ। ਔਰ ਉਹਨਾਂ ਸਾਰੀਆਂ ਇਹਨਾਂ ਗੱਲਾਂ ਨੂੰ ਇਸ ਜਾਣਕਾਰੀ ਨੂੰ ਜੇ ਅਸੀਂ ਠੀਕ ਤਰੀਕੇ ਦੇ ਨਾਲ ਇੱਥੋਂ ਦੀ ਸਰਕਾਰ ਦੇ ਅੱਗੇ ਪਹੁੰਚਾ ਸਕਾਂਗੇ ਤੇ ਸਾਨੂੰ ਫਾਇਦਾ ਹੀ ਫਾਇਦਾ ਹੈ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਫਾਇਦਾ ਹੈ। ਕਿਉਂਕਿ ਸਾਡੇ ਜਿਹੜੇ ਬੱਚੇ ਹਨ ਉਹਨਾਂ ਕਿਸੇ ਨੇ ਵੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾ ਕੇ ਨਹੀਂ ਜੇ ਰਹਿਣਾ, ਸਾਰਿਆਂ ਨੇ ਇੱਥੇ ਹੀ ਰਹਿਣਾ ਹੈ, ਇੱਥੇ ਹੀ ਪੜ੍ਹਨਾ ਹੈ, ਇੱਥੇ ਹੀ ਨੌਕਰੀਆਂ ਕਰਨੀਆਂ ਹਨ ਔਰ ਇਹੀ ਹੁਣ ਸਾਡਾ ਦੇਸ਼ ਹੈ। ਇਸ ਕਰਕੇ ਅਸੀਂ ਬੜੇ ਮਾਣ ਦੇ ਨਾਲ ਇਹਨਾਂ ਲੋਕਾਂ ਨੂੰ ਇਹ ਦੱਸ ਸਕਦੇ ਹਾਂ ਕਿ ਸਾਡੇ ਬਜ਼ੁਰਗਾਂ ਦੀਆਂ ਤੁਹਾਡੇ ਦੇਸ਼ ਪ੍ਰਤੀ, ਤੁਹਾਡੀ ਕੌਮ ਪ੍ਰਤੀ ਬਹੁਤ ਕੁਰਬਾਨੀਆਂ ਹਨ ਔਰ ਅਸੀਂ ਵੀ ਇਸ ਦੇਸ਼ ਦੇ ਇੱਕ ਚੰਗੇ ਸ਼ਹਿਰੀ ਹਾਂ। ਹੁਣ ਲੋੜ ਇਸ ਗੱਲ ਦੀ ਹੈ ਕਿ ਇੱਕ ਚੰਗੇ ਸ਼ਹਿਰੀ ਬਣ ਕੇ ਦਿਖਾਉਣਾ ਜਿਹੜਾ ਹੈ ਉਹ ਸਾਡਾ ਫਰਜ਼ ਹੈ। ਇਹ ਸਾਡਾ ਦੇਸ਼ ਹੈ। ਮਿਸਟਰ ਲੀਅਰਸ ਨੇ ਆਪਣੀ ਚਿੱਠੀ ਦੇ ਵਿੱਚ ਇਹ ਵੀ ਕਲੀਅਰ ਕੀਤਾ ਹੈ ਕਿ ਸਿੱਖ ਜਿਹੜੇ ਨੇ ਉਹ ਪੁਲਿਸ ਦੇ ਵਿੱਚ ਵੀ ਜਾ ਸਕਦੇ ਨੇ, ਉਦੋਂ ਉਹਨਾਂ ਨੂੰ ਦਸਤਾਰ ਉਤਾਰਨ ਵਾਸਤੇ ਨਹੀਂ ਕਿਹਾ ਜਾਏਗਾ। ਉਹਨਾਂ ਨੇ ਫੌਜ ਦੀ ਵੀ ਗੱਲ ਕੀਤੀ ਆ ਵੀ ਫੌਜ ਦੇ ਵਿੱਚ ਵੀ ਤੁਹਾਡੇ ਜਿਹੜੇ ਬੱਚੇ ਨੇ ਉਹ ਜਾ ਸਕਦੇ ਹਨ, ਕਿਸੇ ਕਿਸਮ ਦੀ ਕੋਈ ਬੰਦਿਸ਼ ਨਹੀਂ। ਜਿਹੜੀਆਂ ਚਿੱਠੀਆਂ ਦਾ ਜ਼ਿਕਰ ਇਸ ਗੁਰੂ ਘਰ ਨੇ ਬਾਬਾ ਰਾਮ ਸਿੰਘ ਜੀ ਹੋਰਾਂ ਨੇ ਇੱਥੇ ਸਾਰੀ ਸੰਗਤ ਦੇ ਸਾਹਮਣੇ ਕੀਤਾ ਹੈ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਆਓ ਆਪਾਂ ਕੰਮ ਕਰੀਏ, ਕੰਮ ਕਰਕੇ ਅਸੀਂ ਇੱਥੋਂ ਦੀਆਂ ਸਰਕਾਰਾਂ ਨੂੰ ਵੱਧ ਤੋਂ ਵੱਧ ਅਸੀਂ ਜਾਣਕਾਰੀ ਦਈਏ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਸਾਰੀ ਸੁਖੀ ਔਰ ਸ਼ਾਂਤੀ ਦੇ ਵਿੱਚ ਔਰ ਸਿਰ ਉੱਚਾ ਕਰਕੇ ਇਸ ਮੁਲਕ ਦੇ ਵਿੱਚ ਰਹਿ ਸਕੇ, ਕੰਮ ਕਰ ਸਕੇ ਔਰ ਇੱਥੇ ਜ਼ਿੰਦਗੀ ਬਤੀਤ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਭੁਪਿੰਦਰ ਸਿੰਘ ਜੀ, ਜਿਨ੍ਹਾਂ ਤੋਂ ਭਰਪੂਰ ਜਾਣਕਾਰੀ ਆਪਾਂ ਨੂੰ ਹਰ ਵਾਰੀ ਹੀ ਮਿਲਦੀ ਹੈ। ਸੋ ਇਹਨਾਂ ਦੇ ਜਿਹੜੇ ਬਚਨ ਹੈ, ਸਿੱਖ ਚੈਨਲ ਫਿਰ ਵੀ ਕਿਤੇ ਨਾ ਕਿਤੇ ਪ੍ਰੋਗਰਾਮ ਵੱਡੇ ਲਿਖਣਗੇ ਤੇ ਉਹਦੇ ਵਿੱਚ ਬਹੁਤ ਜਾਣਕਾਰੀ ਜਿਹੜੀ ਹੈ ਸਾਰੀ ਸਾਡੀ ਕਮਿਊਨਿਟੀ ਦੀਆਂ ਪੰਜਾਬੀ ਭਾਈਚਾਰੇ ਨਾਲ ਮਨੁੱਖਤਾ ਨਾਲ ਸਾਂਝੀਆਂ ਕਰ ਰਹੀਆਂ ਹਨ, ਉਹ ਚੱਲਦੀਆਂ ਰਹਿਣਗੀਆਂ। ਸੋ ਕਿਉਂਕਿ ਸਮਾਂ ਵੀ ਕਾਫੀ ਹੋ ਚੁੱਕਾ ਹੈ, ਸੋ ਟਾਈਮ ਉੱਦਾਂ ਵੀ ਲੇਟ ਹੋ ਚੁੱਕੇ ਹਾਂ। ਸੋ ਆਪਾਂ ਥੋੜ੍ਹਾ ਟਾਈਮ ਮੈਂ ਸਾਰੇ ਹੀ ਸਰੋਤਿਆਂ ਦੇ ਸਾਰੇ ਹੀ ਪੈਨਲ ਦੇ ਮੈਂਬਰਾਂ ਦੇ ਕੋਲ ਲੈਣਾ ਚਾਹਾਂਗਾ। ਸਾਡੀ ਭੈਣ ਨਗਿੰਦਰਪਾਲ ਕੌਰ, ਸੋ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਇਹ ਵੀ ਕੁਝ ਅਖੀਰ ਵਿੱਚ ਸਿੱਖ ਚੈਨਲ ਬਾਰੇ ਜਾਂ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹਨ। ਸੋ ਆਓ ਆਪਾਂ ਇਹਨਾਂ ਤੋਂ ਸੁਣਦੇ ਹਾਂ ਇਹਨਾਂ ਦੇ ਕੀ ਬਲਬਲੇ ਹਨ ਜਿਹੜੇ ਸਾਰੇ ਹੀ ਕੌਮ ਨਾਲ ਸਾਂਝੇ ਕਰਨੇ ਚਾਹੁੰਦੇ ਹਨ। ਮੈਂ ਸਿੱਖ ਚੈਨਲ ਦੀ ਬਹੁਤ ਧੰਨਵਾਦੀ ਹਾਂ ਜੋ ਇਸ ਤਰ੍ਹਾਂ ਉਹਨਾਂ ਨੇ ਜੋ ਬੱਚੇ ਸਟੱਡੀ ਬੇਸ ਤੇ ਆਏ ਸਨ ਤੇ ਬਹੁਤ ਹੀ ਮੁਸ਼ਕਲ ਦੌਰ ਤੋਂ ਗੁਜ਼ਰ ਰਹੇ ਸਨ। ਸਿੱਖ ਚੈਨਲ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਤੇ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਸਿੱਖ ਚੈਨਲ ਆਪਣੇ ਲਈ ਕਰ ਰਿਹਾ ਹੈ ਤੇ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਵੀ ਸਿੱਖ ਚੈਨਲ ਲਈ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣਾ ਦਸਵਾਂ ਦਸੌਂਦ ਕੱਢ ਕੇ ਸਿੱਖ ਚੈਨਲ ਦੀ ਮਦਦ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਿੱਖ ਚੈਨਲ ਤੋਂ ਆਪਾਂ ਕੁਝ ਸਿੱਖ ਸਕੀਏ ਤੇ ਜੇ ਆਪਾਂ ਉਹਨਾਂ ਦਾ ਸਹਿਯੋਗ ਦੇਵਾਂਗੇ ਤਾਂ ਹੀ ਉਹ ਆਪਣੇ ਲਈ ਕੁਝ ਕਰ ਸਕਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੀ ਛੋਟੀ ਭੈਣ ਉਹਨਾਂ ਤੋਂ ਵੀ ਮੈਂ ਦਿੰਦਾ ਹਾਂ ਦੁਬਾਰਾ ਉਹ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਆਪਣੇ ਸਾਰੇ ਜੋ ਕਿ ਭਾਰਤ ਅਤੇ ਸਾਰੀ ਦੁਨੀਆ ਵਿੱਚ ਸੁਣ ਰਹੇ ਸਿੱਖ ਚੈਨਲ ਦੀ ਆਵਾਜ਼ ਨੂੰ, ਉਹ ਆਪਣੀ ਜ਼ੁਬਾਨੀ ਅਖੀਰ ਵਿੱਚ ਕੀ ਸੁਨੇਹਾ ਜਾਂ ਕੀ ਮੈਸੇਜ ਦੇਣਾ ਚਾਹੁੰਦੇ ਹਨ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹੋ ਕਹਿਣਾ ਚਾਹਾਂਗੀ ਸਿੱਖ ਚੈਨਲ ਨੂੰ ਵੱਧ ਤੋਂ ਵੱਧ ਮਾਇਆ ਦੀ
ਭੇਜੋ ਤੇ ਸਿੱਖ ਚੈਨਲ ਸਾਡਾ ਬੁਲੰਦੀਆਂ ਤੇ ਜਾਵੇ ਤੇ ਚੜ੍ਹਦੀ ਕਲਾ 'ਚ ਰਵੇ। ਵਾਹਿਗੁਰੂ ਖਾਲਸਾ ਵਾਹਿਗੁਰੂ। ਸੋ ਸਾਡੀ ਨੌਜਵਾਨ ਬੱਚੀ ਜਿਹੜੀ ਹੈ ਉਹ ਆਪਾਂ ਰਣਵੀਰ ਕੌਰ ਸ਼ੇਖੋਂ ਜਿਹੜੀ ਇੱਥੋਂ ਦੀ ਜੰਮਪਲ ਹੈ, ਉਹਦੇ ਵੀ ਕੁਝ ਕਮੈਂਟਾਂ ਵਾਸਤੇ ਆਪਾਂ ਵਿਚਾਰ ਸੁਣੀਏ ਤਾਂ ਕਿ ਉਹ ਕੀ ਕਹਿਣਾ ਚਾਹੁੰਦੇ ਅਖੀਰ ਵਿੱਚ। ਸੋ ਭਾਵੇਂ 2-2 ਮਿੰਟ ਲੱਗ ਵੀ ਜਾਣ ਹੋਰ ਤਾਂ ਕਿ ਇਸ ਨੂੰ ਸਮ ਅਪ ਚੰਗੀ ਤਰ੍ਹਾਂ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਲੈਂਡ ਦੀ ਸਿੱਖ ਕਮਿਊਨਿਟੀ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਵੀ ਉਹ ਆਪਣੀ ਡੋਨੇਸ਼ਨਸ ਕਰਨ ਸਿੱਖ ਚੈਨਲ ਨੂੰ ਤਾਂ ਕਿ ਅਵੇਅਰਨੈਸ ਕ੍ਰੀਏਟ ਕਰਨ ਯੂਥ ਦੇ ਵਿੱਚ ਜਿਹੜੇ ਆਪਣੇ ਯੂਥ ਹੈਗੇ ਨੇ ਯੂਰਪ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਤੇ ਸਾਰੇ ਵਰਲਡ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨ ਤਾਂ ਕਿ ਆਪਣਾ ਸਿੱਖ ਚੈਨਲ ਹੋਰ ਵੀ ਵਧੇ ਤੇ ਸਾਰੇ ਆਪਣੇ ਯੂਥ ਇਹ ਚੈਨਲ ਨੂੰ ਦੇਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਰੋਤੇ ਜਿਹੜੇ ਆਪਾਂ ਦੇਖ ਰਹੇ ਹੋ ਸਾਰਾ ਪ੍ਰੋਗਰਾਮ ਇਹ ਜਿਹੜਾ ਚੱਲ ਰਿਹਾ ਹੈ ਇਹ ਹਾਲੈਂਡ ਦੀ ਧਰਤੀ ਤੋਂ ਐਮਸਟਰਡਮ ਸ਼ਹਿਰ ਦੇ ਵਿੱਚੋਂ ਗੁਰਦੁਆਰਾ ਮਾਨਸਰੋਵਰ ਸਾਹਿਬ ਗੁਰਦੁਆਰਾ ਜੀ ਜੋ ਐਮਸਟਰਡਮ ਸ਼ਹਿਰ ਦੇ ਵਿੱਚ ਹਨ, ਜਿਹੜੇ ਪਿਛਲੇ 2 ਸਾਲ ਤੋਂ ਇੱਥੇ ਬੜੀ ਸੰਗਤਾਂ ਦੇ ਨਾਲ ਚਾਹ ਦੇ ਨਾਲ ਇਹ ਸਥਾਪਿਤ ਹੋਏ ਹਨ, ਉੱਥੋਂ ਇਹ ਸੇਵਾ ਕਰ ਰਹੇ ਹਨ। ਸੋ ਸਾਰੇ ਹੀ ਧੰਨਵਾਦ ਹੈ। ਸੋ ਮੈਂ ਦੱਸਣਾ ਚਾਹਾਂਗਾ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਪਹਿਲੀ ਵਾਰੀ ਹੀ ਸਿੱਖ ਚੈਨਲ ਇੱਥੇ ਤਕਰੀਬਨ ਕੁਝ ਪ੍ਰੋਗਰਾਮ ਹੀ ਰਿਕਾਰਡ ਕੀਤੇ ਗਏ ਸਨ ਅੱਗੇ ਤੇ ਅੱਜ ਇੱਥੋਂ ਦੀ ਆਵਾਜ਼ ਲੈਣ ਵਾਸਤੇ ਕੁਝ ਸਮਾਂ ਬਣਿਆ ਹੈ। ਸੋ ਅਸੀਂ ਇਹ ਆਵਾਜ਼ ਦੇ ਵਿੱਚੋਂ ਜੋ ਇਹਨਾਂ ਦੀ ਰਾਏ ਹੋਵੇਗੀ ਉਸ ਪ੍ਰਕਾਰ ਚੱਲਾਂਗੇ। ਸਿੱਖ ਚੈਨਲ ਇਹ ਬਚਨ ਕਰਦਾ ਹੈ। ਸੋ ਆਓ ਆਪਾਂ ਸੁਣਦੇ ਹਾਂ ਗੁਰਸੇਵਕ ਜੀ ਇਹ ਕੀ ਕਹਿਣਾ ਚਾਹੁੰਦੇ ਹਨ ਅਖੀਰ ਵਿੱਚ ਸਿੱਖ ਚੈਨਲ ਬਾਰੇ ਜਾਂ ਸਾਡੀ ਸਾਰੀ ਹੀ ਪੰਜਾਬੀਅਤ ਨੂੰ ਜੋ ਸਿੱਖ ਚੈਨਲ ਦੇਖ ਰਹੇ ਹਨ ਇਹਨਾਂ ਦੇ ਕੀ ਵਿਚਾਰ ਹਨ। ਆਓ ਇਹਨਾਂ ਦੀ ਜ਼ਬਾਨੀ ਸੁਣਦੇ ਹਾਂ। ਹਾਂਜੀ, ਪਹਿਲੀ ਗੱਲ ਤਾਂ ਵੀ ਆਪਾਂ ਸਾਰਿਆਂ ਨੂੰ ਸਿੱਖ ਚੈਨਲ ਦਾ ਆਪਣਾ ਚੈਨਲ ਹੈ, ਇਹਨਾਂ ਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਹੈ, ਪੂਰਾ ਯੋਗਦਾਨ ਦੇਣਾ ਚਾਹੀਦਾ, ਆਪਣਾ ਦਸਵੰਧ ਕੱਢਣਾ ਚਾਹੀਦਾ। ਉਸ ਤੋਂ ਇਲਾਵਾ ਇਹਨਾਂ ਨੂੰ ਜ਼ਰੂਰ ਬੇਨਤੀ ਹੈ ਕਿ UK ਤੋਂ ਜ਼ਰੂਰ ਸਾਰੇ ਪ੍ਰੋਗਰਾਮ ਲਿਖੇ ਜਾਂਦੇ ਨੇ ਤੇ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਲੈ ਕੇ ਆ ਰਹੇ ਹੋ, ਜਿਵੇਂ ਪੰਥ ਟਾਈਮ, ਤੁਹਾਡਾ ਪਿੰਡ ਤੇ ਹੋਰ ਵੀ ਜਿਹੜੇ ਥਿੰਕ ਟੈਂਕ ਟਾਈਪ ਜਾਂ ਜਿਹ 'ਚ ਆਪਣੀ ਵਿਜ਼ਨ ਪੰਥ ਦੀ ਵਿਜ਼ਨ ਤੇ ਲੀਡਰਸ਼ਿਪ ਵੀ ਆਪਾਂ ਨੂੰ ਕਿੱਧਰ ਨੂੰ ਵਧਣਾ ਚਾਹੀਦਾ ਤੇ ਸੇਧ ਮਿਲਦੀ ਆ। ਇਹ ਜੇ ਪ੍ਰੋਗਰਾਮ ਜ਼ਰੂਰ ਯੂਰਪੀਅਨ ਮੇਨਲੈਂਡ ਤੇ ਵੀ ਬੇਨਤੀ ਕਰੀ ਆ ਸਾਧ ਸੰਗਤ ਵੱਲੋਂ ਵੀ ਇੱਥੇ ਵੀ ਜ਼ਰੂਰ ਲੈ ਕੇ ਆਓ ਹਾਲੈਂਡ ਵਿੱਚ ਤੇ ਬਾਕੀ ਵੀ ਯੂਰਪ ਵਿੱਚ, ਕਿਉਂਕਿ ਇੱਥੇ ਦੇ ਵੀ ਜਿਹੜੇ ਇਸ਼ੂਸ ਹਨ ਉਹ ਟਿਪੀਕਲ ਜਾਂ ਸਪੈਸੀਫਿਕ ਹਨ। ਜਿਵੇਂ ਜਿਹੜਾ ਤੁਹਾਡਾ ਸੁਝਾਅ ਹੈ ਵੀ ਕਿ ਆਪਾਂ ਨੂੰ ਇੱਕ ਯੂਰਪੀਅਨ ਸਿੱਖ ਕਾਉਂਸਲ ਯੂਰਪੀਅਨ ਪਲੇਟਫਾਰਮ ਬਣਾਉਣਾ ਚਾਹੀਦਾ, ਉਹ ਬਹੁਤ ਜ਼ਰੂਰੀ ਗੱਲ ਹੈ, ਉਹ ਬਹੁਤ ਜ਼ਰੂਰੀ ਆਈਡੀਆ ਹੈ। ਤੇ ਕਿਉਂਕਿ ਜਿਵੇਂ ਹਾਲੈਂਡ ਵਿੱਚ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਤੇ ਅਸੀਂ ਨਹੀਂ ਮੋਟਰਸਾਈਕਲ ਚਲਾ ਸਕਦੇ ਜਾਂ ਹੋਰ ਵੀ ਕਈ ਇਸ਼ੂਸ ਜਾਂ ਮਸਲੇ ਹਨ, ਉਹ ਆਪਾਂ ਰਲ ਮਿਲ ਕੇ, ਕਿਉਂਕਿ ਇਹ ਚੀਜ਼ਾਂ UK ਵਿੱਚ ਪਹਿਲੀ ਜਨਰੇਸ਼ਨ ਜਾਂ ਪਹਿਲੇ ਟਾਈਮ ਵਿੱਚ ਇਹ ਸੋਲਵ ਕੀਤੀਆਂ ਗਈਆਂ ਨੇ। ਫਿਰ ਉਹ ਜਿਹੜੇ ਸਕਸੈਸ ਸਟੋਰੀਜ਼ ਨੇ ਉਹ ਆਪਾਂ ਇੱਥੇ ਨੂੰ ਇਮੀਗ੍ਰੇਟ ਕਰ ਸਕਦੇ ਹਾਂ ਤੇ ਉਦੋਂ ਗਾਹਾਂ ਵੀ ਯੂਰਪ ਮੇਨਲੈਂਡ ਵਿੱਚ ਕਰ ਸਕਦੇ ਹਾਂ। ਹੋਰ ਵੀ ਜਿਹੜੇ ਸੇਵਾਵਾਂ ਨੇ ਜਾਂ ਆਰਗੇਨਾਈਜੇਸ਼ਨ ਨੇ ਜਾਂ ਜਿਹੜੇ ਇੰਡੀਵਿਜੂਅਲ ਲੈਵਲ ਤੇ ਬਹੁਤ ਜਿਹੜੇ ਸਿੱਖ ਨੇ ਜਾਂ ਸਿੰਘਣੀਆਂ ਸੇਵਾ ਕਰ ਰਹੀਆਂ ਉਹਨਾਂ ਨੂੰ ਵੀ ਹਾਈਲਾਈਟ ਜ਼ਰੂਰ ਕਰਨਾ ਚਾਹੀਦਾ। ਇਹ ਵੀ ਇੱਕ ਬੇਨਤੀ ਹੋਏਗੀ। ਉਸ ਤੋਂ ਇਲਾਵਾ ਜਿਹੜੇ ਨੌਜਵਾਨ ਆਪਣੀ ਸਿੱਖ ਬੱਚੇ ਨੇ ਜਾਂ ਸਿੱਖੀ ਸੰਭਾਲ ਰਹੇ ਨੇ, ਪੈਰੈਂਟਸ ਉਹਨਾਂ ਨੂੰ ਸਿੱਖੀ ਬਾਰੇ ਦੱਸ ਰਹੇ ਨੇ, ਉਹਨਾਂ ਨੂੰ ਵੀ ਜ਼ਰੂਰ ਘਰੋਂ ਜਾ ਕੇ ਜਾਂ ਜਿਵੇਂ ਵੀ ਹਾਈਲਾਈਟ ਕਰੀਏ ਵੀ ਦੂਸਰਿਆਂ ਨੂੰ ਵੀ ਉਤਸ਼ਾਹ ਮਿਲੇ, ਦੂਸਰਿਆਂ ਨੂੰ ਵੀ ਇੰਸਪੀਰੇਸ਼ਨ ਮਿਲੇ, ਇੱਕ ਦੂਜੇ ਨੂੰ ਇੰਸਪਾਇਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨੌਲੇਜ ਲੈ ਕੇ ਵੀ ਆਪਾਂ ਇਹ ਜੀਵਨ ਸਫਲ ਕਰ ਸਕੀਏ। ਤੇ ਇਹ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਆ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਤੇ ਸਰਬੱਤ ਦਾ ਭਲਾ ਮੰਨਣਾ, ਇਹ ਆਪਾਂ ਸਾਰਿਆਂ ਨੂੰ ਦੱਸ ਸਕੀਏ। ਇੰਨੇ ਬਚਨਾਂ ਨਾਲ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਗੁਰਸੇਵ ਜੀ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਹਨ ਤੇ ਨਾਲ ਹੀ ਇਹਨਾਂ ਨੇ ਸਿੱਖ ਚੈਨਲ ਤੋਂ ਇਹ ਵੀ ਮੰਗ ਕੀਤੀ ਹੈ
ਜਿਵੇਂ ਇੰਗਲੈਂਡ ਦੀ ਧਰਤੀ ਤੋਂ ਬਹੁਤ ਸੋਹਣੇ ਸੋਹਣੇ ਪ੍ਰੋਗਰਾਮ ਪੰਥ ਟਾਈਮ, ਤੁਹਾਡਾ ਪਿੰਡ, ਇਹ ਲਿਖੇ ਗਏ ਹਨ। ਇਹੋ ਜਿਹਾ ਹੋਰ ਵੀ ਜਿਹੜੇ ਪ੍ਰੋਗਰਾਮ ਹੈ ਤੇ ਸਾਡੇ ਹਾਲੈਂਡ ਔਰ ਯੂਰਪ ਦੀ ਧਰਤੀ ਤੇ ਲਿਆਂਦੇ ਜਾਣ, ਤਾਂ ਕਿ ਇੱਥੋਂ ਦੇ ਨੌਜਵਾਨਾਂ ਦੀਆਂ, ਇੱਥੋਂ ਦੇ ਵੀਰਾਂ ਦੀਆਂ, ਇੱਥੋਂ ਦੀਆਂ ਸਾਡੀਆਂ ਬੱਚੀਆਂ ਭੈਣਾਂ ਦੀਆਂ ਆਵਾਜ਼, ਜਿਹੜੇ ਇਸ਼ੂ ਹਨ ਉਹ ਇਕੱਠੇ ਕਰਕੇ ਸਾਰੀ ਹੀ ਦੁਨੀਆ ਵਿੱਚ ਸਾਡੀ ਕਮਿਊਨਿਟੀ ਨਾਲ ਸਾਂਝੇ ਕੀਤੇ ਜਾਣ, ਤਾਂ ਕਿ ਜਿਹੜਾ ਇਹ ਚੱਲ ਰਿਹਾ ਮਾਹੌਲ ਹੈ ਜਾਂ ਚੱਲ ਰਹੀਆਂ ਗੱਲਾਂ ਹਨ ਜਾਂ ਚੱਲ ਰਹੇ ਸਾਡੇ ਇਸ਼ੂ ਹੈ, ਉਹਨਾਂ ਦੀ ਸਾਂਝ ਦੇ ਨਾਲ ਉਹ ਥੋੜ੍ਹੇ ਜਿਹੇ ਸੌਖੇ ਢੰਗ ਨਾਲ ਸਰਲ ਹੋ ਸਕਦੇ ਹਨ। ਸੋ ਧੰਨਵਾਦ ਹੈ। ਅਸੀਂ ਇਹ ਵਚਨ ਕਰਦੇ ਹਾਂ ਸੋ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵੀ ਹਾਲੈਂਡ ਦੀ ਧਰਤੀ ਤੇ ਸਿੱਖ ਚੈਨਲ ਵੱਲੋਂ ਚੱਲ ਰਹੀਆਂ ਜਿਹੜੇ ਪ੍ਰੋਗਰਾਮ ਹੈ, ਪੰਥ ਟਾਈਮ ਆਦਿ ਵਗੈਰਾ, ਤੁਹਾਡਾ ਪਿੰਡ, ਇਹ ਛੇਤੀ ਹੀ ਲੈ ਕੇ ਆ ਰਹੇ ਹਾਂ। ਸੋ ਨਾਲ ਇਹਨਾਂ ਨੇ ਇਹ ਵੀ ਕਿਹਾ ਹੈ ਵੀ ਬੱਚਿਆਂ ਦੇ, ਜਿਵੇਂ ਇਹਨਾਂ ਨੇ ਜ਼ਿਕਰ ਪਹਿਲਾਂ ਕੀਤਾ ਸੀ ਵੀ ਬੱਚਿਆਂ ਦੇ ਜਿਹੜੇ ਆਨੰਦ ਕਾਰਜ ਹਨ ਉਹ ਆਪਾਂ ਨੂੰ ਸਿੱਖੀ ਮਰਜ਼ਾਦਾ ਦੇ ਨਾਲ ਇਹ ਹਾਈਲਾਈਟ ਕਰਨੇ ਚਾਹੁੰਦੇ ਹਨ, ਕਿਉਂਕਿ ਇਹਨਾਂ ਨੇ ਪ੍ਰੋਗਰਾਮ ਦੇਖਿਆ ਸੀ ਸਪੇਨ ਦੀ ਧਰਤੀ ਤੋਂ, ਜਿਹੜਾ ਚੱਲ ਰਿਹਾ ਪ੍ਰੋਗਰਾਮ ਸੀ, ਜਿੱਥੇ ਬੱਚਿਆਂ ਨੇ, ਸਾਡੇ ਯੂਥ ਨੇ ਵਿਚਾਰ ਦਿੱਤੇ ਹਨ ਕਿ ਜਿਹੜੀ ਵਿਆਹ ਦੀ ਮਹੱਤਤਾ ਹੈ ਉਹ ਦਿਨ ਬ ਦਿਨ ਹਿੰਦੁਸਤਾਨ ਦੀ ਧਰਤੀ ਤੇ ਬਹੁਤ ਘਟ ਰਹੀ ਹੈ, ਕਿਉਂਕਿ ਜਿਹੜੇ ਵਿਆਹ ਹੋ ਰਹੇ ਹਨ ਸਾਡੇ ਬੱਚਿਆਂ ਦੇ, ਉੱਥੇ ਇੱਥੋਂ ਤੱਕ ਹੋ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਸਵੇਰ ਤੋਂ ਹੀ ਇੱਕ ਪੈਲਸ ਵਿੱਚ ਜਿਵੇਂ ਬਿਠਾਲ ਦਿੱਤੇ ਜਾਂਦੇ ਹਨ, ਤੇ ਆਨੰਦ ਕਾਰਜ ਦੀ ਰਸਮ ਇੱਕ ਗੁਰਦੁਆਰੇ 'ਚ, ਜਿੱਥੇ ਕਿਤੇ ਲਾਗੇ ਹੋਵੇ, ਆਪਦੇ ਨਗਰ ਵਿੱਚ ਵੀ ਨਹੀਂ, ਉੱਥੇ 3-3 4-4 ਮੈਂਬਰ ਘਰ ਦੇ ਲਿਜਾ ਕੇ ਉਹ ਆਨੰਦ ਕਾਰਜ ਕੀਤਾ ਜਾਂਦਾ ਹੈ, ਜਿਹੜਾ ਕਿ ਬਿਲਕੁਲ ਹੀ ਪੰਥਕ ਅਸੂਲਾਂ, ਗੁਰਸਿੱਖੀ ਅਸੂਲਾਂ ਦੇ ਅੰਗੇਸਟ ਹੈ। ਸੋ ਇਹ ਨਹੀਂ ਹੋਣਾ ਚਾਹੀਦਾ। ਜਿਵੇਂ ਪੰਜਾਬ ਤੋਂ ਬਾਹਰ ਵਸਦੇ ਵੀਰ ਯੂਰਪ ਦੀ ਧਰਤੀ ਵਿੱਚ ਆਪਣੇ ਬੱਚਿਆਂ ਦੇ ਇਹਨਾਂ ਦਾ ਸੁਝਾਅ ਸੀ ਵੀ ਵਿਆਹ ਆਨੰਦ ਕਾਰਜ ਕਰਦੇ ਹਨ, ਤੇ ਉੱਥੇ ਜਿੰਨੇ ਵੀ ਗੈਸਟ ਜਾਂ ਸਾਰੇ ਭਾਈਚਾਰੇ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ, ਉਹ ਸਾਰੇ ਹੀ ਬੱਚਿਆਂ ਦੇ ਉਸ ਸ਼ੁਭ ਦਿਹਾੜੇ ਦੀ ਜੋ ਅਸੀਸ ਹੈ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਾਰੇ ਇੱਕ ਮਨ ਚਿੱਤ ਹੋ ਕੇ ਉਹਨਾਂ ਪ੍ਰਤੀ ਅਰਦਾਸਾਂ ਕਰਦੇ ਹਨ, ਕਿਉਂਕਿ ਬੱਚਿਆਂ ਦੇ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਸਤਿਗੁਰੂ ਜੀ ਕਿਰਪਾ ਕਰਨ, ਉਹ ਸੀਸਾਂ ਹੈ, ਉਹ ਆਨੰਦ ਕਾਰਜ ਦੀ ਮਹੱਤਤਾ ਜਿਹੜੀ ਹੈ ਉਹਨੂੰ ਵੀ ਲੈ ਕੇ ਤੁਸੀਂ ਸਿੱਖ ਚੈਨਲ ਰਾਹੀਂ ਦਿਖਾ ਲਓ। ਸੋ ਇਹ ਨੌਜਵਾਨ ਦਾ ਧੰਨਵਾਦ ਹੈ। ਆਓ ਆਪਾਂ ਸੁਣਦੇ ਹਾਂ ਸਾਡੇ ਸਤਿਕਾਰਯੋਗ ਵਿਦਵਾਨ ਭਾਈ ਰਾਮ ਸਿੰਘ ਜੀ, ਉਹ ਕੁਝ ਮਿੰਟਾਂ ਵਾਸਤੇ ਸਿੱਖ ਚੈਨਲ ਰਾਹੀਂ ਜਾਂ ਸਿੱਖ ਚੈਨਲ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ ਜਾਂ ਸਾਡੀ ਕਮਿਊਨਿਟੀ ਨੂੰ ਕੀ ਬੇਨਤੀਆਂ ਹਨ, ਉਹਨਾਂ ਪ੍ਰਤੀ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਸਿੱਖ ਚੈਨਲ ਜੋ ਸੇਵਾਵਾਂ ਨਿਭਾ ਰਹੇ ਨੇ, ਇਹਨਾਂ ਨੂੰ ਕੰਟੀਨਿਊ ਕਰਨ ਵਾਸਤੇ, ਕਿਉਂਕਿ ਮਾਇਆ ਦਾ ਇੱਕ ਵੱਡਾ ਜਿਹੜਾ ਮਤਲਬ ਯੋਗਦਾਨ ਹੈ, ਔਰ ਪੈਸੇ ਤੋਂ ਬਿਨਾ ਕੋਈ ਕੰਮ ਚੱਲਦਾ ਨਹੀਂ। ਸੋ ਪੈਸੇ, ਮਾਇਆ ਜਿਹੜੀ ਹੈ ਉਹ ਜ਼ਰੂਰੀ ਹੈ ਏਡੇ ਵੱਡੇ ਕਾਰਜ ਵਾਸਤੇ। ਸੋ ਅਸੀਂ ਕਿਤੇ ਚੈਨਲ ਗਵਾ ਨਾ ਲਈਏ, ਇਸ ਕਰਕੇ ਮੇਰੀ ਸਾਰੇ ਯੂਰਪ ਦੇ ਔਰ ਸਾਰੇ ਸਿੱਖ ਕੌਮ ਨੂੰ ਇਹ ਬੇਨਤੀ ਹੈ ਕਿ ਜਿਹੜੀ ਸਿੱਖ ਚੈਨਲ ਨੂੰ ਵਾਰ-ਵਾਰ ਫਾਈਨੈਂਸ਼ੀਅਲੀ ਅਪੀਲ ਕਰਨੀ ਪੈ ਰਹੀ ਹੈ ਮਾਇਆ ਵਾਸਤੇ, ਮੇਰਾ ਖਿਆਲ ਹੈ ਕਿ ਨਹੀਂ ਕਰਨੀ ਪੈਣੀ ਚਾਹੀਦੀ, ਬਲਕਿ ਇੱਕ ਸਾਡੇ ਕੋਲ ਪ੍ਰੋਗਰਾਮ ਹੋਣਾ ਚਾਹੀਦਾ ਹੈ ਕਿ ਅਸੀਂ ਜਿੰਨੇ ਵੀ ਗੁਰੂ ਘਰ ਯੂਰਪ ਦੇ ਵਿੱਚ ਹਨ, ਉਹ ਸਾਰੇ ਹੀ ਇਹ ਫਰਜ਼ ਸਮਝਣ ਕਿ ਅਸੀਂ ਸੰਗਤ ਦੇ ਰਾਹੀਂ ਕੋਈ ਕਲੈਕਸ਼ਨ ਕਰਕੇ ਹਰ ਮਹੀਨੇ ਆਟੋਮੈਟਿਕਲੀ ਜਿਹੜੇ ਹੈ ਉਹ ਸਿੱਖ ਚੈਨਲ ਨੂੰ ਭੇਜਣੀ ਹੈ। ਇੰਡੀਵਿਜੂਅਲ ਤੌਰ ਤੇ ਕਈ ਵਾਰੀ ਬੰਦਾ ਅਣਗਹਿਲੀ ਕਰ ਜਾਂਦਾ ਹੈ, ਕਈ ਵਾਰੀ ਉਹ ਭੁੱਲ ਜਾਂਦਾ ਹੈ ਕੰਮਾਂ ਧੰਦਾਂ ਦੇ ਵਿੱਚ ਵੀ ਪੈਸੇ ਭੇਜਣੇ ਨੇ, ਤੇ ਜੇਕਰ ਗੁਰਦੁਆਰਾ ਸਾਹਿਬ ਜਿਹੜੇ ਆ ਉਹ ਇਹ ਡਿਊਟੀ ਲੈ ਲੈਣ ਕਿ ਅਸੀਂ ਪੈਸੇ ਦੀ ਕਲੈਕਸ਼ਨ ਜਿਹੜੀ ਹੈ ਉਹ ਕਰਕੇ ਆਟੋਮੈਟਿਕਲੀ ਸਿੱਖ ਚੈਨਲ ਨੂੰ ਭੇਜੀ ਜਾਣੀ ਹੈ, ਤੇ ਉਹ ਥੋੜ੍ਹਾ ਜਿਹਾ ਕੰਮ ਹੋਰ ਆਸਾਨ ਹੋ ਜਾਏਗਾ। ਉਹਦੇ ਵਿੱਚ ਹਰ ਇੱਕ ਦਾ ਤਿਲ ਫੁੱਲ ਪੈ ਜਾਏਗਾ, ਕਿਸ ਦੇ 5 ਯੂਰੋ ਹੈ, ਕਿਤੇ 10 ਯੂਰੋ ਹੈ, ਉਹ ਸਾਰਿਆਂ ਦੇ ਯੂਰੋ ਵਿੱਚ ਜਿਹੜੀ ਮਤਲਬ ਯੋਗਦਾਨ ਉਹ ਪੈ ਸਕਦਾ ਹੈ। ਸੋ ਸਾਰਿਆਂ ਨੂੰ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਜਿੰਨੇ ਵੀ ਗੁਰੂ ਘਰ ਜਿੱਥੇ ਵੀ ਹੈਗੇ ਨੇ, ਉਹ ਜਿੰਨੀਆਂ ਸੰਗਤਾਂ ਉਸ ਗੁਰੂ ਘਰ ਵਿੱਚ ਆਉਂਦੀਆਂ ਉਹਨਾਂ ਨੂੰ ਅਪੀਲ ਕਰਕੇ ਇੱਕ ਇਸ ਤਰ੍ਹਾਂ ਦੀ ਫੰਡਿੰਗ ਜਿਹੜੀ ਫੰਡ ਰੇਜ਼ ਕਰ ਲੈਣ, ਜਿਹੜਾ ਕਿ ਸਿੱਖ ਚੈਨਲ ਨੂੰ ਹਰ ਮਹੀਨੇ ਜਿਹੜਾ ਹੈ ਉਹ ਭੇਜ ਦਿੱਤਾ ਜਾਏ, ਔਰ ਤਾਂ ਕਿ ਇਹ ਚੈਨਲ ਜਿਹੜਾ ਹੈ ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਸੇਵਾ ਕਰੀ ਜਾਏ। ਇਹ ਕਿਸੇ ਦਾ ਇੰਡੀਵਿਜੂਅਲ, ਕਿਸੇ ਦਾ ਪਰਸਨਲ ਨਹੀਂ ਹੈ, ਬਲਕਿ ਪੂਰੀ ਕੌਮ ਦਾ ਹੈ, ਤੇ ਕੌਮ ਨੇ ਹੀ ਇਸ ਨੂੰ ਸੰਭਾਲਣਾ ਹੈ। ਇਹਦੇ ਵਿੱਚ ਕੋਈ ਕਿਸੇ ਨੇ ਇਹ ਨਹੀਂ ਕਿਸੇ ਨੇ ਕਮਾਈ ਕਰਨੀ ਹੈ, ਬਲਕਿ ਇਹ ਕੌਮ ਦੀ ਚੀਜ਼ ਹੈ ਤੇ ਕੌਮ ਨੇ ਹੀ ਸੰਭਾਲਣੀ ਹੈ। ਜਿਨ੍ਹਾਂ ਨੇ ਆਪਣੇ ਚਲਾ ਕੇ ਦਿੱਤਾ ਹੈ, ਭਾਈ ਦਵਿੰਦਰ ਸਿੰਘ ਜੀ ਬਲ, ਉਹਨਾਂ ਨੇ ਤਾਂ ਸ਼ੁਰੂ ਕਰ ਦਿੱਤਾ, ਚਲਾ ਦਿੱਤਾ ਆਪਣੇ ਕੋਲੋਂ ਪੈਸਾ ਲਗਾ ਕੇ ਵੀ ਠੀਕ ਹੈ ਹੁਣ ਕੌਮ ਜਿਹੜੀ ਹੈ ਉਹਨੂੰ ਕੰਟੀਨਿਊ ਰੱਖੇ। ਸੋ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਕੰਟੀਨਿਊ ਰੱਖ ਸਕਦੇ ਹਾਂ।
ਇਹ ਹੁਣ ਅਸੀਂ ਵੇਖਣਾ ਹੈ। ਸੋ ਇੰਨੀਆਂ ਬੇਨਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਾਮ ਸਿੰਘ ਜੀ ਦਾ ਧੰਨਵਾਦ। ਅਖੀਰ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਭੁਪਿੰਦਰ ਸਿੰਘ ਜੀ ਉਸ ਸਿੱਖ ਚੈਨਲ ਨੂੰ ਜਾਂ ਸਾਡੇ ਸਾਰੀ ਹੀ ਕਮਿਊਨਿਟੀ ਪੰਜਾਬੀ ਭਾਈਚਾਰਾ ਸਾਰੇ ਹੀ ਮਨੁੱਖਤਾ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹਨ, ਆਓ ਇਹਨਾਂ ਦੀ ਜ਼ੁਬਾਨੀ ਅਖੀਰ ਵਿੱਚ ਕੁਝ ਮਿੰਟਾਂ ਵਾਸਤੇ ਸੁਣਦੇ ਹਾਂ ਜੀ। ਖਾਲਸਾ ਜੀ, ਇੰਗਲੈਂਡ ਦੇ ਵਿੱਚ ਜੋ ਪਹਿਲੋਂ ਸਿੱਖ ਆਏ ਹਨ ਉਹ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਆਏ ਹਨ ਅਤੇ ਆਉਣੇ ਸ਼ੁਰੂ ਹੋਏ ਹਨ। ਲੇਕਿਨ ਯੂਰਪ ਦੇ ਵਿੱਚ ਜੋ ਪਹਿਲੇ ਸਿੱਖ ਆਏ ਹਨ ਉਹ ਸਤੰਬਰ 1914 ਨੂੰ ਮਾਰਸੇਲਿਸ ਜੋ ਫਰਾਂਸ ਦੀ ਇੱਕ ਬੰਦਰਗਾਹ ਹੈ ਉੱਥੇ ਆ ਕੇ ਉਤਰੇ ਹਨ। 3 ਡਿਵੀਜ਼ਨਾਂ ਜਿਨ੍ਹਾਂ ਦੇ ਵਿੱਚ ਲਾਹੌਰ ਡਿਵੀਜ਼ਨ, ਮੇਰਠ ਡਿਵੀਜ਼ਨ ਅਤੇ ਸਿਕੰਦਰਾਬਾਦ ਡਿਵੀਜ਼ਨ ਔਰ ਉਹਨਾਂ ਦੇ ਵਿੱਚ ਬਹੁਤ ਹੀ ਸਾਰੀਆਂ ਪਿਓਰ ਸਿੱਖ ਰੈਜੀਮੈਂਟਾਂ ਉਹ ਯੂਰਪ ਦੇ ਵਿੱਚ ਆਈਆਂ। ਫਰਾਂਸ ਅਤੇ ਬੈਲਜੀਅਮ ਦੇ ਵਿੱਚ ਉਹਨਾਂ ਨੇ ਲੜਾਈਆਂ ਲੜੀਆਂ ਤੇ ਅਗਲੇ ਸਾਲ ਯਾਨੀ ਕਿ ਅਗਲੇ ਤੋਂ ਅਗਲੇ ਸਾਲ 2014 ਨੂੰ ਪੂਰੇ 100 ਸਾਲ ਹੋ ਜਾਣੇ ਨੇ ਸਿੱਖਾਂ ਦੇ ਇੱਧਰ ਯੂਰਪ ਦੇ ਵਿੱਚ ਆਇਆਂ ਨੂੰ। ਤਾਂ ਮੇਰੀ ਸਾਰੇ ਸਿੱਖ ਜਗਤ ਨੂੰ ਅਪੀਲ ਹੈ ਕਿ ਅਸੀਂ ਇਹ ਸਿੱਖਾਂ ਦਾ ਜੋ ਆਗਮਨ ਹੈ 100 ਸਾਲਾ ਯੂਰਪ ਦੇ ਵਿੱਚ, ਇਸ ਨੂੰ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਮਨਾਈਏ, ਜਿਹਦੇ ਵਿੱਚ ਜਿਸ ਤਰ੍ਹਾਂ ਅੱਗੇ ਵੀ ਇੰਗਲੈਂਡ ਦੇ ਸਿੰਘਾਂ ਨੇ, ਬੈਲਜੀਅਮ ਦੇ ਸਿੰਘਾਂ ਨੇ, ਫਰਾਂਸ ਦੇ ਸਿੰਘਾਂ ਨੇ ਅਤੇ ਹੋਰ ਯੂਰਪ ਦੇ ਵੱਖ-ਵੱਖ ਮੁਲਕਾਂ ਦੇ ਸਿੰਘਾਂ ਨੇ 4 ਅਪ੍ਰੈਲ 1999 ਨੂੰ ਖਾਲਸੇ ਦੇ 300 ਸਾਲਾ ਸਮਾਗਮ ਸਮੇਂ ਈਪਰ ਦੇ ਵਿੱਚ ਇਕੱਠ ਕੀਤਾ ਸੀ, ਜਿਹਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਤੋਂ ਇਲਾਵਾ ਸਿੱਖਾਂ ਦਾ ਇੱਕ ਕੌਮੀ ਯਾਦਗਾਰ ਵੀ ਬਣੀ ਔਰ 6-7 ਹਜ਼ਾਰ ਸਿੱਖਾਂ ਨੇ ਪਹਿਲੀ ਵਾਰੀ ਇੱਕ ਥਾਂ ਦੇ ਉੱਤੇ ਇਕੱਠ ਕੀਤਾ। ਇਹ ਜੋ 2014 ਆ ਰਿਹਾ ਹੈ, ਇਸ ਦੇ ਪ੍ਰਤੀ ਆਪ ਜੀ ਸਾਰਿਆਂ ਨੂੰ ਅਪੀਲ ਹੈ ਕਿ ਹੁਣ ਤੋਂ ਹੀ ਕਮਰ ਕੱਸੇ ਕੱਸ ਲਓ। 10 ਕੁਝ ਸਿੰਘਾਂ ਨੂੰ ਲੈ ਕੇ ਈਪਰ ਦੇ ਮੇਅਰ ਮਿਸਟਰ ਲੂਕ ਡਿਹਾਨੇ ਦੇ ਨਾਲ ਇਸ ਦਿਨ ਬਾਰੇ ਗੱਲਬਾਤ ਕਰੇਗਾ ਔਰ ਜੋ ਪ੍ਰੋਗਰਾਮ ਉਹ ਉਲੀਕ ਰਹੇ ਨੇ 2014 ਨਵੰਬਰ ਨੂੰ। ਇੱਥੇ ਮੈਂ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ 1999 ਤੋਂ ਲੈ ਕੇ ਹੁਣ ਤੱਕ ਯੂਰਪ ਦੇ ਬੈਲਜੀਅਮ, ਹਾਲੈਂਡ, ਫਰਾਂਸ ਅਤੇ ਇੰਗਲੈਂਡ ਦੀਆਂ ਕਈ ਗੁਰਦੁਆਰੇ ਅਤੇ ਸੰਸਥਾਵਾਂ ਨੂੰ ਈਪਰ ਸ਼ਹਿਰ ਦੇ ਮੇਅਰ ਲੁਕ ਡਿਹਾਨੇ ਵੱਲੋਂ ਸੱਦਾ ਪੱਤਰ ਭੇਜੇ ਜਾਂਦੇ ਹਨ ਵੀ ਤੁਸੀਂ ਇੱਥੇ ਆਓ ਅਤੇ ਆਪਣੇ ਸਿੰਘਾਂ ਨੂੰ ਆਪਣੇ ਤਰੀਕੇ ਦੇ ਨਾਲ ਯਾਦ ਕਰੋ ਅਤੇ ਉਹਨਾਂ ਦੀਆਂ ਸਾਰਿਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰੋ। ਇਸੇ ਤਰ੍ਹਾਂ ਹੀ ਤੁਸੀਂ ਹੋਮ ਆ ਕੇ ਇਹ ਜੋ 2014 ਨੂੰ ਪ੍ਰੋਗਰਾਮ ਆ ਰਿਹਾ ਹੈ ਸਾਡਾ ਸਿੰਘਾਂ ਦੀ ਯੂਰਪ ਦੇ ਵਿੱਚ ਆਮਦ ਦਾ, ਇਸ ਨੂੰ ਅਸੀਂ ਸਾਰਿਆਂ ਨੇ ਰਲ ਕੇ ਬਹੁਤ ਹੀ ਵੱਡੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਮਨਾਉਣਾ ਹੈ। ਮੇਰੀ ਸਾਰੀ ਗੁਰੂ ਘਰਾਂ ਨੂੰ ਵੀ ਬੇਨਤੀ ਹੈ ਕਿ ਹੁਣ ਤੋਂ ਹੀ ਕਮਰ ਕੱਸੇ ਕੱਸ ਲਓ। ਅਸੀਂ ਇਹ ਸਾਰਾ ਪ੍ਰੋਗਰਾਮ ਉਲੀਕ ਕੇ ਸਾਰੇ ਸਿੱਖ ਜਗਤ ਨੂੰ ਦੱਸਾਂਗੇ ਔਰ ਉਸ ਤੋਂ ਬਾਅਦ ਸਾਰੇ ਹੀ ਯੂਰਪ ਦੇ ਸਿੱਖ, ਇੰਗਲੈਂਡ ਦੇ ਸਿੱਖ ਅਤੇ ਅਮਰੀਕਾ, ਕੈਨੇਡਾ ਦੇ ਵੀ ਸਿੱਖ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਆ ਕੇ ਤੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਅਤੇ ਇਹਦੀ ਸਫਲਤਾ ਦੇ ਲਈ ਕੰਮ ਕਰਨ। ਜਿੱਥੋਂ ਤੱਕ ਸਿੱਖ ਚੈਨਲ ਦਾ ਸਵਾਲ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਇੱਕ ਕ੍ਰਾਂਤੀ ਲਿਆਉਣ ਵਾਲਾ ਜੋ ਸਾਡਾ ਚੈਨਲ ਹੈ ਸਿੱਖ ਚੈਨਲ, ਅੱਜ ਤੋਂ ਲਗਭਗ 3 ਸਾਲ ਪਹਿਲਾਂ ਸ਼ੁਰੂ ਹੋਇਆ ਹੈ ਔਰ ਬੜੀਆਂ ਮੁਸ਼ਕਲ ਕਠਿਨਾਈਆਂ ਦੇ ਵਿੱਚੋਂ ਦੀ ਲੰਘ ਕੇ ਇੱਥੋਂ ਤੱਕ ਸਿੱਖ ਚੈਨਲ ਨੇ ਮੰਜ਼ਿਲ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਔਰ ਜੋ ਵੀ ਉਹਨਾਂ ਨੇ ਹੁਣ ਤੱਕ ਪ੍ਰਾਪਤ ਕੀਤਾ ਹੈ ਸਾਨੂੰ ਸਾਰਿਆਂ ਨੂੰ ਉਹਦੇ ਉੱਤੇ ਬਹੁਤ ਹੀ ਫਖਰ ਹੈ। ਲੇਕਿਨ ਕੰਮ ਅਜੇ ਮੁੱਕਿਆ ਨਹੀਂ, ਕੰਮ ਅਜੇ ਸ਼ੁਰੂ ਹੀ ਹੋਇਆ ਹੈ ਔਰ ਸਾਰੇ ਸਿੱਖਾਂ ਨੂੰ ਸਿੱਖ ਚੈਨਲ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਇਹ ਜੋ ਸਾਡੇ ਮਸਲੇ ਹਨ ਦੁਨੀਆ ਦੇ ਲੈਵਲ ਦੇ ਉੱਤੇ ਉਹਨਾਂ ਨੂੰ ਉਠਾਉਣ ਅਤੇ ਉਹਨਾਂ ਨੂੰ ਹੱਲ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਗਰਤੀ ਲਿਆਉਣ ਅਤੇ ਅਸੀਂ ਸਾਰੇ ਰਲ ਮਿਲ ਕੇ ਉਸ ਸਾਰੇ ਕੰਮ ਨੂੰ ਨੇਪਰੇ ਚਾੜੀਏ। ਸੋ ਸਾਡੀ ਇਹੀ ਅਰਦਾਸ ਹੈ ਕਿ ਸਿੱਖ ਚੈਨਲ ਚੜ੍ਹਦੀ ਕਲਾ ਦੇ ਵਿੱਚ ਰਹੇ ਅਤੇ ਸਾਰੇ ਸੰਸਾਰ ਦੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਭੁਪਿੰਦਰ ਸਿੰਘ ਜੀ
ਜਿਹੜੇ ਸਿੱਖ ਕੌਮ ਦੀ ਆਪਣੇ ਰੁਜ਼ਗਾਰ ਦੇ ਨਾਲ ਕਿਵੇਂ ਸੇਵਾ ਕਰ ਰਹੇ ਹਨ। ਸੋ ਇਹਨਾਂ ਨੇ ਜਿਹੜੇ ਜਿੰਨੇ ਵੀ ਬਚਨ ਕੀਤੇ ਹਨ ਬਹੁਤ ਹੀ ਵੈਲਿਊਬਲ ਹਨ। ਸੋ ਸੁਣਨਯੋਗ ਹਨ। ਬਹੁਤ ਲੋੜ ਹੈ ਇਹਨਾਂ ਦੀ ਸੇਵਾਵਾਂ ਦੀ। ਸੋ ਸਿੱਖ ਚੈਨਲ ਇਹਨਾਂ ਦੇ ਲਈ ਬਹੁਤ ਅਰਦਾਸ ਕਰਦਾ ਹੈ ਸਤਿਗੁਰੂ ਜੀ ਅੱਗੇ ਵੀ ਇਹਨਾਂ ਨੂੰ ਸਤਿਗੁਰੂ ਜੀ ਹੋਰ ਵੀ ਚੜ੍ਹਦੀ ਕਲਾ ਬਖਸ਼ਣ, ਤਾਂ ਕਿ ਇਹੋ ਜਿਹੀਆਂ ਸੇਵਾਵਾਂ ਸਿੱਖ ਚੈਨਲਾਂ ਮੀਡੀਆ ਰਾਹੀਂ ਸਾਰੀ ਕਮਿਊਨਿਟੀ ਨੂੰ ਦਿੰਦੇ ਰਹਿਣ। ਮੈਂ ਯਾਦ ਆਪ ਜੀਆਂ ਨੂੰ ਦਿਲਾਵਾਂਗਾ, ਜਿਹੜੇ ਵੀ ਸਰੋਤੇ ਜਿੱਥੇ ਮਿਲੀਅਨ ਲੋਕ ਅੱਜ ਇਸ ਸਿੱਖ ਚੈਨਲ ਨੂੰ ਦੇਖ ਰਹੇ ਹੋਣਗੇ, ਤੁਸੀਂ ਦੇਖ ਸਕਦੇ ਹੋ ਇਹ ਜੋ ਬੁੱਕ ਹੈ ਦਾਸ ਦੇ ਹਸਤ ਵਿੱਚ, ਇਸ ਦਾ ਨਾਮ ਹੈ ਦਾ ਡਚ ਸਿੱਖ, ਜਾਣੀ ਹਾਲੈਂਡ ਦੀ ਧਰਤੀ ਨੈਦਰਲੈਂਡ ਦੇ ਉੱਤੋਂ ਇਹਨਾਂ ਨੇ ਇਹ ਪ੍ਰਕਾਸ਼ ਬੁੱਕ ਕੀਤੀ ਹੈ। ਇਹਨਾਂ ਦੀ ਬਰੀਫਲੀ ਜੇ ਹਿਸਟਰੀ ਵੀ ਕਦੋਂ ਆਏ ਸੀ, ਇਹ ਬੁੱਕ ਤੁਸੀਂ ਅਗਰ ਪੜ੍ਹਨੀ ਹੋਵੇ ਤੁਸੀਂ ਸਿੱਖ ਚੈਨਲ ਨਾਲ ਜਾਂ ਇਹਨਾਂ ਨਾਲ ਸਿੱਧਾ ਰਾਬਤਾ ਤੁਸੀਂ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਜੋ ਸੈਕੰਡ ਵਰਲਡ ਵਾਰ ਦੀ ਬੁੱਕ ਹੈ ਹਾਊ ਯੂਰਪ ਇਜ਼ ਹੈਂਡਡ ਟੂ ਦ ਸਿੱਖਸ, indebted ਟੂ ਦ ਸਿੱਖਸ, ਸੋ ਇਹ ਸੈਕੰਡ ਵਰਲਡ ਵਾਰ ਦੀ ਹੈ। ਇਸੇ ਤਰ੍ਹਾਂ ਹੀ ਜੋ ਪਹਿਲੀ ਵਰਲਡ ਵਾਰ ਦੀ ਬੁੱਕ ਹੈ, ਇਹ 3 ਕਿਤਾਬਾਂ ਇਹਨਾਂ ਦੀਆਂ ਲਿਖਤਾਂ ਜਿਹੜੀਆਂ ਹੈ ਭਰਪੂਰ ਜਾਣਕਾਰੀ ਹੈ। ਸੋ ਸਾਧ ਸੰਗਤ ਜੀ, ਇਹਨਾਂ ਨੂੰ ਵੀ ਤੁਸੀਂ ਪੜ੍ਹਨ ਦੀ ਜੇ ਕਿਸੇ ਨੇ ਚਾਹਵਾਨ ਹੋਣ ਬਹੁਤ ਜ਼ਰੂਰੀ ਹੈ ਪੜ੍ਹਨੀਆਂ, ਤਾਂ ਕਿ ਸਾਡਾ ਜਿਹੜਾ ਇਤਿਹਾਸ ਹੈ, ਸਾਡਾ ਜਿਹੜਾ ਅਨਮੋਲ ਖਜ਼ਾਨਾ ਸਿੱਖਾਂ ਦਾ ਹੈ, ਕੁਰਬਾਨੀਆਂ ਭਰਿਆ, ਇਹ ਇਹਨਾਂ ਬੁੱਕਾਂ ਵਿੱਚ ਵਰਣਨ ਕੀਤਾ ਹੈ। ਬੜੀ ਘਾਲਣਾ ਘਾਲ ਕੇ ਇਹਨਾਂ ਰਿਸਰਚ ਕੀਤੀ ਹੈ। ਬਹੁਤ 10 ਸਾਲ ਦੀ ਘਾਲਣਾ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਹਨ। ਇਹਨਾਂ ਨੇ ਆਪਣੀ ਜ਼ਬਾਨੀ ਦੱਸਿਆ ਹੈ ਛੇਤੀ ਹੀ ਇਹ ਅਗਲੀ ਜਿਹੜੀ ਹੈ ਬੁੱਕ ਉਹ ਵੀ ਰਿਲੀਜ਼ ਕਰਨ ਜਾ ਰਹੇ ਹਨ, ਜੋ ਮਿਡਲ ਈਸਟ ਅਤੇ ਹੋਰ ਬਰਮਨ ਸਾਈਡ ਦੇ ਸਾਰੇ ਹੀ ਮੁਲਕਾਂ ਤੋਂ ਸ਼ਹੀਦੀਆਂ ਜਿਹੜੇ ਸਿੰਘ ਪਾ ਚੁੱਕੇ ਹਨ। ਸੋ ਸਾਧ ਸੰਗਤ ਜੀ, ਮੈਂ ਸਾਰੇ ਹੀ ਸਰੋਤਿਆਂ ਨੂੰ ਨਿਮਰਤਾ ਸਹਿਤ ਤੇ ਦੱਸ ਦੇਣਾ ਚਾਹੁੰਦਾ ਹਾਂ, ਸਿੱਖ ਚੈਨਲ ਦੀ ਤੀਸਰੀ ਵਰ੍ਹੇਗੰਢ ਜੋ ਆ ਰਹੀ ਹੈ ਲਗਭਗ ਅਗਲੇ ਮਹੀਨੇ ਦੀ 14 ਤਰੀਕ ਨੂੰ ਵਿਸਾਖੀ ਵਾਲੇ ਦਿਨ, ਇਹ 3 ਸਾਲ ਦਾ ਹੋ ਜਾਣਾ ਹੈ। ਤੁਸੀਂ ਆਪ ਦੇਖੋ, ਇਹ 3 ਸਾਲ ਦੇ ਸਮੇਂ ਵਿੱਚ ਸਿੱਖ ਚੈਨਲ ਨੇ ਪਿਛਲੇ 300 ਸਾਲ ਦੇ ਵਿੱਚ ਜੋ ਪ੍ਰਚਾਰ ਗੁਰੂ ਸਾਹਿਬਾਨਾਂ ਤੋਂ ਬਾਅਦ ਸਾਡਾ ਸਿੱਖੀ ਵਿੱਚ ਹੋਇਆ ਹੈ, ਉਸ ਨੂੰ ਕੰਪੇਅਰ ਇਹਨਾਂ 3 ਸਾਲਾਂ ਨਾਲ ਆਪਾਂ ਕਰੀਏ ਤੇ ਇਹ ਤੁਹਾਡੀ ਬਦੌਲਤ, ਤੁਹਾਡਾ ਸਿੱਖ ਚੈਨਲ ਤੁਹਾਡੇ ਸਾਰਿਆਂ ਵਾਸਤੇ ਭਰਪੂਰ ਜਾਣਕਾਰੀ ਲੈ ਕੇ ਥਾਂ ਜਾ ਕੇ ਇੰਡੀਆ ਸਾਰੇ ਹੀ ਵਰਲਡ ਵਿੱਚ ਕੋਸ਼ਿਸ਼ ਕਰ ਰਿਹਾ ਹੈ। ਬਹੁਤ ਅਧੂਰੇ ਸਬਜੈਕਟ ਏਜੰਡੇ ਜਿਹੜੇ ਸਿੱਖ ਚੈਨਲ ਦੇ ਕੋਲ ਹਨੇਰੇ ਵਿੱਚ ਪਏ ਹਨ, ਦਾਸ ਕਹਿਣਾ ਚਾਹੁੰਦਾ ਹੈ ਆਪ ਜੀਆਂ ਨੂੰ ਬੇਨਤੀ ਦੇ ਰੂਪ ਵਿੱਚ ਉਹਨਾਂ ਨੂੰ ਉਜਾਗਰ ਕਰਨ ਵਾਸਤੇ ਤੁਹਾਡਾ ਵੱਡਮੁੱਲਾ ਸਹਿਯੋਗ ਬਹੁਤ ਜ਼ਰੂਰੀ ਹੈ। ਅਗਰ ਜੇ ਆਪਾਂ ਇਹ ਸਾਥ ਨਾ ਦਿੱਤਾ ਤੇ ਜਿਹੜੇ ਏਜੰਡੇ ਅਜੇ ਜਿਨ੍ਹਾਂ ਨੂੰ ਟੱਚ ਨਹੀਂ ਕਰ ਸਕਦਾ ਕਿਉਂਕਿ ਇਸ ਵੇਲੇ ਸਮਰੱਥਾ ਨਾ ਹੋਣ ਕਾਰਨ, ਸੋ ਇਹ ਅਧੂਰੇ ਨਾ ਰਹਿ ਜਾਣ। ਜੇ ਸਿੱਖਾਂ ਦੀ ਆਵਾਜ਼, ਸਿੱਖ ਚੈਨਲ ਤੁਹਾਡੀ ਆਸ਼ੀਰਵਾਦ ਨਾਲ ਸਾਰਿਆਂ ਦੀ ਦੁਨੀਆ ਭਰ ਤੋਂ ਇਹ ਆਵਾਜ਼ ਉੱਠੀ ਹੈ, ਇਸ ਨੂੰ ਆਪਾਂ ਚਲਾਉਣਾ ਹੈ। ਮਨੁੱਖਤਾ ਦੇ ਭਲੇ ਦੀ ਆਵਾਜ਼ ਹੈ। ਮਨੁੱਖਤਾ ਦੇ ਵਾਸਤੇ ਥਾਂ ਜਾ ਕੇ ਜੋ ਵੀ ਮਨੁੱਖਤਾ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਜਾਂ ਚੰਗੇ ਕੰਮ ਹੋ ਰਹੇ ਹਨ ਉਹ ਹਾਈਲਾਈਟ ਕਰ ਰਿਹਾ ਹੈ। ਸੋ ਇਹ ਦਾਸ ਬੇਨਤੀ ਕਰਦਾ ਹੈ ਔਰ ਹਾਲੈਂਡ ਦੀ ਧਰਤੀ ਤੇ ਇਹਨਾਂ ਵੀਰਾਂ ਦਾ ਦਾਸ ਬਹੁਤ ਧੰਨਵਾਦ ਕਰੇਗਾ, ਜਿਹੜੇ ਪੈਨਲ ਵਿੱਚ ਮੇਰੀਆਂ ਬੱਚੀ ਭੈਣਾਂ ਤੇ ਵੀਰ ਸਾਰੇ ਨੌਜਵਾਨ ਸਾਡਾ ਗੁਰਸੇਵਕ ਜੀ ਇਹ ਬੈਠੇ ਹਨ। ਸੋ ਇਹ ਮੁੱਦੇ ਜੋ ਉਠਾਏ ਹਨ, ਅਸੀਂ ਇਹਨਾਂ ਨਾਲ ਵਾਅਦਾ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਸਿੱਖ ਚੈਨਲ ਤੁਹਾਡੇ ਇਸ ਯੂਰਪ ਦੀ ਧਰਤੀ ਤੇ ਨੈਦਰਲੈਂਡ ਵਿਖੇ ਜ਼ਰੂਰ ਆਣ ਕੇ ਤੁਹਾਡੇ ਅਣਮੁੱਲੇ ਵਿਚਾਰ ਹੋਰ ਵੀ ਸਾਰਿਆਂ ਨਾਲ ਸਾਂਝੇ ਕਰੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਉਣਤਾਈਆਂ ਰਹਿ ਗਈਆਂ ਹਨ। ਤੁਸੀਂ ਸਰੋਤੇ ਹੋ, ਤੁਸੀਂ ਬਹੁਤ ਕਾਫੀ ਸੁਲਝੇ ਹੋਏ ਸਰੋਤੇ ਜਾਂਚ ਰੱਖਦੇ ਹੋ। ਸਾਡੀਆਂ ਗਲਤੀਆਂ ਨੂੰ ਸੁਧਾਰਨ ਵਾਸਤੇ ਆਪਣੇ ਸੁਚੱਜੇ ਸੁਝਾਅ ਸਿੱਖ ਚੈਨਲ ਤਾਈਂ ਈਮੇਲ ਰਾਹੀਂ ਜਾਂ ਤੁਸੀਂ ਚਿੱਠੀ ਰਾਹੀਂ ਜਾਂ ਟੈਲੀਫੋਨ ਰਾਹੀਂ ਜ਼ਰੂਰ ਭੇਜਦੇ ਰਿਹਾ ਕਰੋ, ਤਾਂ ਕਿ ਇਸ ਨੂੰ ਆਪਾਂ ਹੋਰ ਚੰਗੇ ਸੇਧ ਦੇ ਕੇ ਚੰਗਾ ਹਿਸਾਬਣਾ ਬਣਾ ਕੇ ਜੋ ਤਰੁੱਟੀਆਂ ਹਨ ਸਾਡੇ ਵਿੱਚ ਉਹਨੂੰ ਦੂਰ ਕਰਦੇ ਹੋਏ
ਸਾਡੀ ਕੌਮ ਨੂੰ, ਸਾਡੇ ਪੰਜਾਬੀਅਤ ਭਾਈਚਾਰੇ ਨੂੰ ਹੋਰ ਵੀ ਮੈਸੇਜ ਦੇਣ ਵਾਸਤੇ ਉਪਰਾਲੇ ਕਰਦੇ ਰਹੀਏ। ਸੋ ਅੰਤ ਵਿੱਚ ਮੈਂ ਗੁਰੂ ਘਰ ਮਾਨਸਰੋਵਰ ਜੀ ਜੋ ਹਾਲੈਂਡ ਵਿੱਚ ਹਨ, ਜਿੱਥੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈ, ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਗੁਰੂ ਘਰ ਦੇ ਵਜ਼ੀਰ ਸਾਹਿਬ ਦਾ, ਇੱਥੋਂ ਦੀਆਂ ਸੰਗਤਾਂ ਦਾ ਦਾਸ ਸਿੱਖ ਚੈਨਲ ਵੱਲੋਂ ਅਤੀ ਰਿਣੀ ਹਾਂ। ਸੋ ਆਸ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਹੁਣ ਸਹਿਯੋਗ ਦੇ ਰਹੇ ਹੋ, ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਸਿੱਖ ਚੈਨਲ ਨਾਲ ਵਚਨਬੱਧ ਰਹੋਗੇ। ਸੋ ਇਹ ਅਸੀਂ ਜਿਹੜੀਆਂ ਤੁਸੀਂ ਤੁਹਾਡੇ ਨਾਲ ਜ਼ਿੰਮੇਵਾਰੀਆਂ ਸਾਡੇ ਮੋਢਿਆਂ ਤੇ ਸਿੱਖ ਚੈਨਲ ਤੇ ਸਿੱਟੀਆਂ ਹਨ, ਉਹਨਾਂ ਲਈ ਅਸੀਂ ਵਚਨਬੱਧ ਹਾਂ। ਸੋ ਇੱਕ ਵਾਰੀ ਫੇਰ ਆਪਾਂ ਰਲ ਕੇ ਆਓ ਜੀ, ਸਾਰੇ ਹੀ ਮਨੁੱਖਤਾ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਗੁਰਦੁਆਰਾ ਮਾਨਸਰੋਵਰ ਸਾਹਿਬ ਬਾਰਸ਼ਿਸ਼ ਵਿਖ ਐਮਸਟਰਡਮ ਵਿਖੇ ਸਾਰੇ ਹੀ ਖੜੇ ਹਾਂ, ਜਿੱਥੋਂ ਕਿ ਸਿੱਖ ਚੈਨਲ ਨੇ ਜੋ ਪ੍ਰੋਗਰਾਮ ਲਿਖਿਆ ਹੈ, ਜੋ ਟਾਕ ਸ਼ੋ ਦਿੱਤਾ ਹੈ, ਉਹਦੇ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਔਰ ਸਿੱਖ ਚੈਨਲ ਜਿਵੇਂ ਸਿੱਖ ਕੌਮ ਦੀ ਸੇਵਾ ਵਿੱਚ ਹਾਜ਼ਰ ਹੈ ਔਰ ਸਾਰੀ ਕੌਮ ਦੇ ਵਾਸਤੇ ਉਹ ਦਿਨ ਰਾਤ ਇੱਕ ਕਰ ਰਿਹਾ ਹੈ। ਔਰ ਸਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਪੋਲੀਟੀਸ਼ੀਅਨ ਜਿਹੜੀ ਹੈ ਜਾਂ ਸਮਾਜਿਕ ਹੈ ਜਾਂ ਰਾਜਨੀਤਿਕ ਹੈ ਜਾਂ ਧਾਰਮਿਕ ਹੈ, ਹਰ ਤਰ੍ਹਾਂ ਦੀ ਜਾਣਕਾਰੀ ਸਾਡੇ ਤੱਕ ਮੁਹੱਈਆ ਕਰ ਰਿਹਾ ਹੈ। ਅਸੀਂ ਸਾਰੀ ਸੰਗਤ ਗੁਰਦੁਆਰਾ ਮਾਨਸਰੋਵਰ ਸਾਹਿਬ ਅੰਮ੍ਰਿਤਸਰ ਦੇ ਐਮਸਟਰਡਮ ਤੋਂ ਸਾਰੇ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿੱਖ ਚੈਨਲ ਦਾ, ਜਿਨ੍ਹਾਂ ਨੇ ਕਿ ਇੱਥੇ ਹਾਲੈਂਡ ਵਿਖੇ ਆ ਕੇ ਤੇ ਸਿੱਖ ਸੰਗਤਾਂ ਦੇ ਵਿਚਾਰ ਜਾਣੇ ਹਨ ਔਰ ਸਾਰਿਆਂ ਦੇ ਨਾਲ ਸਿੱਖ ਚੈਨਲ ਦੀ ਸਾਂਝ ਪਵਾਈ ਹੈ। ਸਾਰੇ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਤਾਂ ਨਾ ਸਾਇਲੈਂਟ ਹੋ ਗਏ।